ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਚਰਚਾ ਦੇ ਵਿੱਚ ਤੁਹਾਡਾ ਸਵਾਗਤ। 2023 ਨਵਾਂ ਸਾਲ ਚੜ੍ਹ ਗਿਆ। ਹੁਣ ਅਸੀਂ ਇਹ ਸੋਚਣਾ ਹੈ ਕਿ ਪਿਛਲੇ ਸਾਲ ਅਸੀਂ ਕੀ ਕੁਝ ਕੀਤਾ ਤੇ ਆਉਣ ਵਾਲੇ ਸਾਲ ਦੇ ਵਿੱਚ ਸਾਡੀਆਂ ਕੀ ਪਲੈਨਿੰਗ ਨੇ, ਸਾਡੀਆਂ ਪਰਸਨਲ ਨਹੀਂ ਬਲਕਿ ਪੂਰੇ ਦੇਸ਼ ਦੀਆਂ। क्योंकि जो देश की गल करांगे साड़ियाँ परसनल अपने आप वो ही आ जांदियां ने, क्योंकि जिस तरह बजट बनेगा, जिस तरह पॉलिसीज़ बननगियां, जिद्दां सारी कारगुजारी गवर्नमेंट करेगी वो मुताबिक सानू अपनी प्लैनस करनियां पैणगियां, अपने बजट बनाने पैणगे। सारी फाइनलाइजेशन उन्होंने मुताबिक होएगी कि असीं अपने परिवार नूं किवें पालना है, किवें उन्हां दा पोषण करना है, किवें अपनी सारियां गतिविधियां नूं मैनेज करना है। सो ये डिपेंड करता है कि गवर्नमेंट की प्लैनिंग कर रही है और किसी भी देश दे विच तुसीं रहिंदे हो तुहानूं गवर्नमेंट की पॉलिसी के मुताबिक काम करना पैंदा है, अदरवाइज काम सैट नहीं पैंदा। इस करके पॉलिसी के मुताबिक चलना पैंदा। अज असीं भारत की गल करांगे कि सन 2023 चढ़ गया तो फाइनैंशियल पोजीशन की है तो आने वाले समय दे विच होर की कुछ नवीं कारगुजारियां हो सकदियां ने। स्टूडियोज़ दे विच मेरे नाल मौजूद ने जाने माने इकोनॉमिस्ट डॉक्टर राजीव खोसला। वेलकम टू द शो खोसला जी। खन्ना साहब थैंक यू वेरी मच। और सारे देखने वाले जिन्ने भी साडे व्यूअर्स ने उन्होंने नवे साल की बहुत बहुत बधाइयां। हैप्पी न्यू ईयर सर। सो सन 2023 उस तो पहला आप एक गल करांगे सन 2022 दे विच की निचोड़ निकलिया जिथों तक भारत की अर्थव्यवस्था का सवाल है। राजीव जी। खन्ना साहब 2022 ਜਿਹੜਾ ਸੀ ਬੜਾ ਚੈਲੰਜਿੰਗ ਈਅਰ ਸੀਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਅਰਥਵਿਵਸਥਾ ਸਾਡੀਆਂ ਜਿੱਦਾਂ ਅਸੀਂ ਦੇਖਿਆ ਵੀ 2020 ਦੇ ਵਿੱਚ ਕਰੋਨਾ ਆ ਗਿਆ, 2020 ਤੋਂ ਬਾਅਦ ਸਾਡੀ ਅਰਥਵਿਵਸਥਾ ਇੱਕ ਟੋਏ ਦੇ ਵਿੱਚ ਜਾ ਕੇ ਡਿੱਗ ਪਈ। ਸਾਨੂੰ ਉੱਥੋਂ ਦੀ ਨਿਕਲਦੇ ਸਾਲ ਲੱਗ ਗਿਆ, ਕਿਉਂਕਿ 21 ਤੱਕ ਤਾਂ ਸਾਡੇ ਕੋਲ ਲੋਕਡਾਊਨ ਲੱਗ ਰਹੇ ਸੀਗੇ ਤੇ 21-22 ਜਿਹੜਾ ਸਾਲ ਸੀਗਾ ਇੱਥੇ ਰਿਕਵਰੀ ਅਸੀਂ ਉਸ ਟੋਏ ਦੇ ਵਿੱਚੋਂ ਦੀ ਨਿਕਲ ਕੇ ਆਏ ਸਾਂ। ਤਾਂ 22-23 ਜਿਹੜਾ ਸਾਲ ਹੈ, ਜਿਹੜਾ ਮਾਰਚ 23 ਤੱਕ ਜਾਣਾ ਹੈ, ਇਹ ਸਾਲ ਫਾਈਨੈਂਸ਼ੀਅਲ ਈਅਰ ਜਿਹੜਾ 1 ਅਪ੍ਰੈਲ 2022 ਤੋਂ ਸ਼ੁਰੂ ਹੋਇਆ, ਸਾਨੂੰ ਇਸ ਸਾਲ ਤੋਂ ਬਹੁਤ ਜ਼ਿਆਦਾ ਉਮੀਦਾਂ ਸਨ। ਸਾਨੂੰ ਇਹ ਲੱਗਦਾ ਸੀ ਕਿ ਜਿਸ GDP ਨੂੰ ਜਾਂ ਜਿਸ ਗਰੋਥ ਨੂੰ ਅਸੀਂ ਕਰੋਨਾ ਦੇ ਕਰਕੇ ਗਵਾਲਿਆ, ਉਹ ਗਰੋਥ ਜਿਹੜੀ ਹੈ ਅਸੀਂ ਦੁਬਾਰਾ ਅਚੀਵ ਕਰ ਸਕਾਂਗੇ। ਪਰ ਅਨਫੋਰਚੂਨੇਟਲੀ ਹੋਇਆ ਕੀ ਹੈ ਕਿ ਜਿਹੜੀ ਲੜਾਈ ਲੱਗੀ 2024 ਦੇ ਵਿੱਚ, ਜਿਹੜੀ ਰੂਸ ਔਰ ਯੂਕਰੇਨ ਦੇ ਵਿੱਚ ਜੰਗ ਲੱਗ ਗਈ, ਉਹਦੇ ਨਾਲ ਸਾਡੀ ਉਹ ਰਿਕਵਰੀ ਜਿਹੜੀ ਹੈ ਕਿਤੇ ਵਿੱਚ ਹੀ ਖੜ ਗਈ। ਸਾਡੇ ਸਾਹਮਣੇ ਹੋਰ ਨਵੇਂ ਚੈਲੰਜਸ ਆ ਕੇ ਖੜੇ ਹੋ ਗਏ। ਅਸੀਂ ਦੇਖਿਆ ਵੀ ਸਾਡੇ ਮਹਿੰਗਾਈ ਜਿਹੜੀ ਹੈ, ਸਭ ਤੋਂ ਪਹਿਲੇ ਨੰਬਰ ਤੇ ਮਹਿੰਗਾਈ, ਔਰ ਮਹਿੰਗਾਈ ਇਦਾਂ ਦੀ ਆਈ ਹੈ, 4 ਚੁਫੇਰੇ ਮਹਿੰਗਾਈ ਆਈ ਹੈ। ਮਹਿੰਗਾਈ ਜਿਹੜੀ ਕਮੋਡਿਟੀਜ਼ ਨੇ ਉਹਨਾਂ 'ਚ ਅਸੀਂ ਦੇਖ ਲਈਏ, ਸਰੀਆ, ਇੱਟਾਂ, ਜਿਹੜਾ ਲੋਹਾ, ਇਹ ਸਾਰੀਆਂ ਚੀਜ਼ਾਂ, ਫਰਟੀਲਾਈਜ਼ਰ, ਇਹ ਮਹਿੰਗਾ ਹੋਇਆ। ਐਨਰਜੀ ਪੁਆਇੰਟ ਆਫ ਵਿਊ ਤੋਂ ਅਸੀਂ ਦੇਖਦੇ ਹਾਂ ਤਾਂ ਕੋਲਾ, ਪੈਟਰੋਲ, ਡੀਜ਼ਲ, ਗੈਸ, ਇਹ ਚੀਜ਼ਾਂ ਮਹਿੰਗੀਆਂ ਹੋਈਆਂ। ਤੀਜਾ ਅਸੀਂ ਖਾਣ ਵਾਲੀਆਂ ਵਸਤਾਂ ਦੇਖਦੇ ਹਾਂ, ਖਾਣੇ ਦੇ ਤੇਲ ਜਿਹੜੇ ਨੇ, ਸੂਰਜਮੁਖੀ ਦਾ ਤੇਲ ਕਿਉਂਕਿ ਉੱਥੋਂ ਯੂਕਰੇਨ ਤੋਂ ਆਉਂਦਾ, ਉਹ ਮਹਿੰਗਾ ਹੋਇਆ। ਬਾਕੀ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਕਣਕਾਂ ਜਿਹੜੀਆਂ ਨੇ ਉਹਨਾਂ ਦੇ ਰੇਟ ਜਿਹੜੇ ਨੇ ਉਹ ਲੋਟ ਨਹੀਂ ਆਏ ਅਜੇ ਤੱਕ। ਚੌਲਾਂ ਦੀ, ਦਾਲਾਂ ਦੀ, ਅਸੀਂ ਹਰ ਤਰੀਕੇ ਦੀ ਮਹਿੰਗਾਈ ਦੇਖੀ ਹੈ 2022 ਦੇ ਵਿੱਚ। ਇਹ ਪਹਿਲੀ ਸਮੱਸਿਆ ਅਸੀਂ 22 ਦੇ ਵਿੱਚ ਦੇਖੀ। ਦੂਸਰੀ ਸਮੱਸਿਆ ਜਿਹੜੀ ਅਸੀਂ ਦੇਖੀ ਉਹ ਬੇਰੁਜ਼ਗਾਰੀ ਨੂੰ ਲੈ ਕੇ ਦੇਖੀ, ਕਿਉਂਕਿ ਜਿਹੜੀ ਸਟਾਰਟਅਪਸ ਦਾ ਇੱਕ ਕਲਚਰ ਜਿਹੜਾ ਬਣਿਆ ਸੀ ਵੀ ਅਸੀਂ ਸਟਾਰਟਅਪਸ ਦੇ ਵਿੱਚ ਜੌਬਸ ਦੇਖ ਰਹੇ ਸੀ, ਛੋਟੀਆਂ ਕੰਪਨੀਆਂ ਲਾਂਚ ਹੋ ਗਈਆਂ। ਸਰਕਾਰ ਨੇ ਵੀ ਸਟਾਰਟਅਪ ਇੰਡੀਆ ਔਰ ਸਟੈਂਡ ਅਪ ਇੰਡੀਆ ਨਾਮ ਦੀ ਮੁਹਿੰਮ ਜਿਹੜੀ ਚਲਾਈ ਸੀ, ਉਹਦੇ 'ਚ ਲੋਕਾਂ ਨੂੰ ਨੌਕਰੀਆਂ ਮਿਲੀਆਂ ਸੀ। ਅਸੀਂ ਦੇਖਦੇ ਹਾਂ ਜਿਹੜੇ ਡਿਲੀਵਰੀ ਬॉयਜ਼ ਆਉਂਦੇ ਨੇ ਜਾਂ ਛੋਟੀਆਂ ਕੰਪਨੀਆਂ ਨੇ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਕੋਈ ਘਰ ਦੀ ਚੀਜ਼ ਚਾਹੀਦੀ ਹੈ, ਕੋਈ ਇਲੈਕਟ੍ਰੀਸ਼ੀਅਨ ਚਾਹੀਦਾ, ਪਲੰਬਰ ਚਾਹੀਦਾ, ਕਿਸੇ ਤਰੀਕੇ ਦਾ ਤਰਖਾਣ ਚਾਹੀਦਾ, ਇਹ ਲੋਕ ਜਿਹੜੇ ਨੇ ਇਹ ਆਉਣਾ ਸ਼ੁਰੂ ਹੋ ਗਏ ਸੀ ਸਾਡੇ ਕੋਲ। ਇਹ ਉਹਨਾਂ ਐਪਸ ਤੋਂ ਚੱਲਦੇ ਸੀ। ਫੂਡ ਡਿਲੀਵਰੀ, ਕੋਰੀਅਰ, ਇਹ ਸਾਰੀਆਂ ਚੀਜ਼ਾਂ ਤਾਂ ਹੈ ਹੀ ਹੈ, ਈ-ਕਮਰਸ ਦੀਆਂ ਕੰਪਨੀਆਂ ਤਾਂ ਹੈ ਹੀ ਹੈ। ਲੇਕਿਨ ਇਹਨਾਂ ਦੇ ਵਿੱਚ ਵੀ ਕਿਤੇ ਰਿਵਰਸ ਗੇਅਰ ਲੱਗ ਗਿਆ। ਅਸੀਂ ਬੇਰੁਜ਼ਗਾਰੀ ਔਰ ਜਿਹੜੀ ਮਹਿੰਗਾਈ ਹੈ ਉਹ ਬਹੁਤ ਜ਼ਿਆਦਾ ਦੇਖੀ ਹੈ। ਜੇ 2020 ਕਰੋਨਾ ਜਿਹੜਾ ਹੈਗਾ ਉਹਨੇ ਸਰਕਾਰਾਂ ਦੇ ਉੱਤੇ ਚੋਟ ਕੀਤੀ ਸੀ, ਤਾਂ 2022 ਹੈ ਇਹਨੇ ਲੋਕਾਂ ਦੀਆਂ ਜੇਬਾਂ ਦੇ ਉੱਤੇ ਚੋਟ ਕੀਤੀ ਹੈ। ਐਗਜ਼ੈਕਟਲੀ ਰਾਜੀਵ ਜੀ, ਲੋਕਾਂ ਦੀਆਂ ਜੇਬਾਂ ਦੇ ਉੱਤੇ ਬੜੀ ਕਰਾਰੀ ਝੋਟ ਹੋਈ ਹੈ। ਤੁਸੀਂ ਕਿਹਾ ਕਿ 2022 ਦੀਆਂ ਚੁਣੌਤੀਆਂ, ਤੇ ਚੁਣੌਤੀਆਂ ਤਾਂ ਹਜੇ ਵੀ ਨੇ, ਬਲਕਿ ਚੁਣੌਤੀਆਂ ਤਾਂ ਹਮੇਸ਼ਾ ਹੀ ਰਹਿੰਦੀਆਂ ਨੇ। ਵਿਦਆਊਟ ਚੈਲੰਜ ਲਾਈਫ ਦਾ ਮਜ਼ਾ ਹੀ ਨਹੀਂ ਆਉਂਦਾ, ਔਰ ਉਸੇ ਤਰ੍ਹਾਂ ਹੀ ਦੇਸ਼ ਦੇ ਵਿੱਚ ਚੁਣੌਤੀਆਂ ਹੁੰਦੀਆਂ ਨੇ, ਪਰ ਚੁਣੌਤੀਆਂ ਪੋਜ਼ੀਟਿਵ ਹੋਣੀਆਂ ਚਾਹੀਦੀਆਂ ਨੇ। ਚੁਣੌਤੀਆਂ ਨੈਗੇਟਿਵ ਨੇ ਸਾਡੀਆਂ, ਕਿਉਂਕਿ ਕੁਝ ਲੋਕ ਤਾਂ ਬੜੇ ਅਮੀਰ ਹੁੰਦੇ ਜਾ ਰਹੇ ਨੇ,
ਉਹਨਾਂ ਦੇ ਵਾਸਤੇ ਹੋਰ ਉਮੀਦ ਬਣਨ ਦੀਆਂ ਚੁਣੌਤੀਆਂ ਨੇ ਤੇ ਕੁਝ ਲੋਕ ਗਰੀਬ ਹੁੰਦੇ ਜਾ ਰਹੇ ਨੇ, ਢਹਿੰਦੀ ਕਲਾ ਵੱਲ ਜਾ ਰਹੇ ਨੇ। ਉਹਨਾਂ ਨੂੰ ਕਿੱਦਾਂ ਬਚਾਈਏ? ਭੁੱਖਮਰੀ ਦਾ ਆਲਮ ਆ ਚੁੱਕਾ ਹੈ, ਸੜਕਾਂ ਦੇ ਉੱਤੇ ਲੋਕ ਆ ਚੁੱਕੇ ਨੇ, ਸਰਦੀਆਂ ਦੇ ਵਿੱਚ ਸੜਕਾਂ ਦੇ ਉੱਤੇ ਸੁੱਤੇ ਹੋਏ ਲੋਕ, ਰੋਟੀ ਨਹੀਂ ਖਾਧੀ, ਪੂਰੇ ਕੱਪੜੇ ਨਹੀਂ, ਕੰਬਲ ਤੱਕ ਨਹੀਂ ਉਹਨਾਂ ਦੇ ਕੋਲ। ਮ੍ਰਿਤਿੂ ਵੀ ਹੁੰਦੀ ਆ, ਅਸੀਂ ਜਾਣਦੇ ਹਾਂ। ਕਈ ਥਾਂ ਦੇ ਉੱਤੇ ਬ੍ਰੇਨ ਹੈਮਰੇਜ ਤੇ ਹਾਰਟ ਅਟੈਕਸ ਆ ਰਹੇ ਨੇ। ਕਾਨਪੁਰ ਦੇ ਵਿੱਚ ਇਹ ਨਿਊਜ਼ ਨੇ, ਲੋਕ ਸੜਕਾਂ ਤੇ ਨੇ। ਔਰ ਇੱਥੇ ਵੀ ਪੰਜਾਬ ਦੇ ਵਿੱਚ ਇਹ ਹਾਲਾਤ ਨੇ। ਭੁੱਖਮਰੀ ਕਦੀ ਅਸੀਂ ਸੁਣਿਆ ਵੀ ਨਹੀਂ ਸੀ ਕਿ ਪੰਜਾਬ ਦੇ ਅੰਦਰ ਵੀ ਹੋ ਸਕਦਾ, ਪਰ ਇੱਥੇ ਵੀ ਉਹ ਇੰਡੈਕਸ ਸ਼ੋ ਕਰਦਾ ਕਿ ਇੱਥੇ ਵੀ ਕਿਤੇ ਨਾ ਕਿਤੇ ਉਸ ਚੀਜ਼ ਦਾ ਅੰਦੇਸ਼ਾ ਹੈ। ਔਰ ਇਸ ਹਾਲਤ ਦੇ ਵਿੱਚ 2023 ਨੂੰ ਅਸੀਂ ਦੇਖਦੇ ਪਏ ਹਾਂ। ਉਹੀ ਚੈਲੰਜ ਜੋ ਸਨ 2022 ਦੇ ਵਿੱਚ ਸੀ, ਉਹੀ ਕੈਰੀ ਫਾਰਵਰਡ ਹੋ ਚੁੱਕੇ ਨੇ ਉਸ ਸਨ 2023 ਦੇ ਵਿੱਚ। ਸੋ ਸਨ 2023 ਨੂੰ ਲੈ ਕੇ ਸਾਰੇ ਵੱਖ-ਵੱਖ ਵਿਊ ਪੁਆਇੰਟਸ ਨੇ ਐਕਸਪਰਟਸ ਦੇ। ਕੋਈ ਇਹਨੂੰ ਪੋਜ਼ਿਟਿਵ ਕਹਿ ਰਿਹਾ, ਕੋਈ ਇਹਨੂੰ ਨੈਗੇਟਿਵ ਕਹਿ ਰਿਹਾ, ਕੋਈ ਕਹਿ ਰਿਹਾ ਕਿ ਨਵੀਆਂ ਚੇਂਜਸ ਆਉਣਗੀਆਂ, ਕੋਈ ਕਹਿੰਦਾ ਕਿ ਨਹੀਂ, ਕੁਝ ਵੀ ਨਹੀਂ ਹੋਣਾ, ਸੇਮ ਚੀਜ਼ ਰਹੇਗੀ। ਕਿਉਂਕਿ ਲੋਕ ਤਾਂ ਉਹੀ ਨੇ ਨਾ ਜਿਹੜੇ ਦੇਸ਼ ਨੂੰ ਚਲਾ ਰਹੇ ਨੇ, ਲੋਕ ਤਾਂ ਉਹੀ ਨੇ ਜਿਹੜੇ ਅਰਥਚਾਰੇ ਨੂੰ, ਇਕਨੋਮੀ ਨੂੰ ਚਲਾ ਰਹੇ ਨੇ, ਤੇ ਪਬਲਿਕ ਵੀ ਉਹੀ ਹੈ। ਵਾਟਸ ਦਾ ਚੇਂਜ? ਇੱਕ ਡੇਟ ਬਦਲੀ ਹੈ, ਹੋਰ ਤਾਂ ਕੁਝ ਨਹੀਂ ਹੋਇਆ, ਜਿਹਨੂੰ ਅਸੀਂ ਨਵਾਂ ਸਾਲ ਕਹਿੰਦੇ ਹਾਂ। ਸੋ ਵਾਟਸ ਯੂਅਰ ਵਿਊ ਪੁਆਇੰਟ ਕਿ 2023 ਦੇ ਵਿੱਚ ਕੀ ਚੈਲੰਜਸ ਨੇ? ਇਹ ਦੇਸ਼ ਨੂੰ ਚਲਾਉਣ ਵਾਲੇ ਲੋਕ, ਇਹ ਅਰਥਚਾਰੇ ਨੂੰ, ਇਕਨੋਮੀ ਨੂੰ ਚਲਾਉਣ ਵਾਲੇ ਲੋਕ ਕੁਝ ਨਵਾਂ ਕਮਾਲ ਕਰਨਗੇ ਜਾਂ ਸੇਮ ਟਰੈਕ ਦੇ ਉੱਤੇ ਰੈਪੀਟੇਸ਼ਨ ਹੋਏਗੀ? ਦੇਖੋ ਜੀ, ਜਿਸ ਤਰੀਕੇ ਦੇ ਨਾਲ ਖੰਨਾ ਸਾਹਿਬ ਆਪਾਂ ਪਿਛਲੇ ਸਵਾਲ ਦੇ ਵਿੱਚ ਗੱਲ ਕੀਤੀ ਹੈ ਬਈ 2020 ਜਿੱਥੇ ਕਰੋਨਾ ਆ ਗਿਆ ਸੀ, 2020 ਔਰ 21 ਕਰੋਨਾ ਦੀ ਭੇਂਟ ਚੜ ਗਿਆ, ਤੇ 2021-22 ਜਿਹੜਾ ਸੀਗਾ ਉਹ ਟਾਈਮ ਸੀਗਾ ਵੀ ਜਦੋਂ ਇਕਨੋਮੀ ਨੂੰ ਅਸੀਂ ਰਿਕਵਰੀ ਵੱਲ ਨੂੰ ਲੈ ਕੇ ਗਏ ਸੀ। ਹੁਣ ਜੇ 2022-23 ਦੇ ਵਿੱਚ ਸਮੱਸਿਆਵਾਂ ਆਈਆਂ ਖੜੀਆਂ ਰਹੀਆਂ, ਵਿਆਜ ਵਧੇ ਰਹੇ ਆ, ਜਿਹੜੀ ਮਹਿੰਗਾਈ ਵਧੀ ਰਹੀ ਹੈ ਤੇ ਬੇਰੁਜ਼ਗਾਰੀ ਵਧੀ ਰਹੀ ਹੈ, 2023 ਜਿਹੜਾ ਹੈ ਇਹ ਬੜਾ ਇੰਪੋਰਟੈਂਟ ਇੱਕ ਸਾਲ ਹੋ ਜਾਂਦਾ ਹੈ। ਇਹ ਦੋ ਪੱਖੋਂ ਇੰਪੋਰਟੈਂਟ ਹੁੰਦਾ। ਇੱਕ ਤਾਂ ਸਾਡੇ ਲਈ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਆਮ ਲੋਕਾਂ ਦੀ ਇੱਥੇ ਜਿਹੜੀ ਰਿਕਵਰੀ ਹੈ, ਕਿਆ ਉਹ ਹੁੰਦੀ ਹੈ, ਕਿਆ ਨੌਕਰੀਆਂ ਪੂਰੀਆਂ ਆਉਂਦੀਆਂ, ਕਿਆ ਲੋਕ ਮਹਿੰਗਾਈ ਘਟਦੀ ਹੈ, ਕਿਆ ਵਿਆਜ ਘਟਦੇ ਨੇ, ਕਿਉਂਕਿ ਜਿਨ੍ਹਾਂ ਲੋਕਾਂ ਨੇ ਕਿਸ਼ਤਾਂ ਦੇਣੀਆਂ ਹੁੰਦੀਆਂ ਉਹਨਾਂ ਦੇ ਲਈ ਸਮੱਸਿਆਵਾਂ ਨੇ। ਦੂਸਰੀ ਪੱਖੋਂ ਜਿਹੜੀ ਚੀਜ਼ ਹੈ ਬਈ ਜਿਹੜੀ ਸਰਕਾਰ ਹੈ, ਸਰਕਾਰ ਦਾ ਇਹ ਆਖਰੀ ਬਜਟ ਹੋਏਗਾ, ਇਸ ਤੋਂ ਬਾਅਦ 2024 ਦੀਆਂ ਚੋਣਾਂ ਨੇ, ਤੇ ਇਸ ਕਰਕੇ ਦੂਸਰੀ ਚੁਣੌਤੀ ਜਿਹੜੀ ਹੈ ਉਹ ਸਰਕਾਰ ਦੇ ਲਈ ਹੈ। ਇਹ ਬਜਟ ਸਰਕਾਰ ਕਿਸ ਤਰ੍ਹਾਂ ਦਾ ਬਣਾਉਂਦੀ ਹੈ? ਕਿਆ ਸਰਕਾਰ ਦਾ ਬਜਟ ਲੋਕ ਪੱਖੀ ਬਣਦਾ ਜਾਂ ਨਹੀਂ? ਹਾਲਾਂਕਿ ਉਹਨੂੰ ਲੈ ਕੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਦੋ ਅਲੱਗ-ਅਲੱਗ ਵਿਊ ਪੁਆਇੰਟਸ ਨੇ। ਜਿਹੜੀ ਵਿਰੋਧੀ ਧਿਰਾਂ ਉਹ ਕੁਝ ਹੋਰ ਗੱਲ ਕਰਦੀਆਂ ਨੇ, ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹ ਕੋਈ ਹੋਰ ਗੱਲ ਕਰਦੇ ਨੇ। ਤਾਂ ਚੈਲੰਜਸ ਹੈਗੇ ਨੇ ਇੱਕ ਬਜਟ ਨੂੰ ਲੈ ਕੇ ਕਿ ਬਜਟ ਕਿਸ ਤਰ੍ਹਾਂ ਦਾ ਬਣੇਗਾ, ਲੋਕਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਕਿਆ ਉਹ ਪ੍ਰੋਪਰ ਆਉਂਦੀਆਂ, ਲੀਹਾਂ ਤੇ ਆਉਂਦੀਆਂ ਕਿ ਨਹੀਂ ਆਉਂਦੀਆਂ, ਕਿਆ ਲੋਕਾਂ ਦੀ ਡਿਮਾਂਡ ਜਿਹੜੀ ਹੈ ਉਹ ਵਾਪਸ ਰਿਵਾਈਵ ਕਰਦੀ ਹੈ, ਖਾਸ ਕਰਕੇ ਜਿਹੜਾ ਰੂਰਲ ਖੇਤਰ ਹੈ। ਕਿਉਂਕਿ ਅੱਜ ਮੈਂ ਪੜ੍ਹ ਰਿਹਾ ਸੀ ਖੰਨਾ ਸਾਹਿਬ, ਅਖਬਾਰ ਦੇ ਵਿੱਚ ਲਿਖਿਆ ਵੀ ਟੂ ਵੀਲਰਸ ਦੀ ਸੇਲ ਜਿਹੜੀ ਹੈ ਉਹ ਘਟ ਰਹੀ ਹੈ, ਕਾਰਾਂ ਦੀ ਸੇਲ ਵੱਧ ਗਈ ਹੈ, ਰਿਕਵਰ ਹੋ ਰਹੀ ਹੈ, ਲੇਕਿਨ ਟਰੈਕਟਰਾਂ ਦੀ ਸੇਲ ਰਿਕਵਰ ਹੋ ਰਹੀ ਹੈ, ਲੇਕਿਨ ਟੂ ਵੀਲਰ ਦੀ ਜਿਹੜੀ ਡਿਮਾਂਡ ਹੈ ਉਹ ਰਿਕਵਰ ਨਹੀਂ ਹੋ ਰਹੀ। ਜਿਹਦਾ ਸਿੱਧਾ ਮਤਲਬ ਹੈ ਵੀ ਜਿਹੜੀ ਰੂਰਲ ਏਰੀਆ ਦੇ ਵਿੱਚ ਡਿਮਾਂਡ ਹੈ ਉਹ ਨਹੀਂ ਹੈ। ਇੱਥੇ ਕਿਆ ਆਮ ਲੋਕ ਜਿਹੜੇ ਹੈ 2023 ਦੇ ਵਿੱਚ ਉਹ ਰਿਕਵਰ ਕਰਦੇ ਆ? ਪਹਿਲੀ ਚੀਜ਼ ਉਹਦੇ ਨਾਲ, ਕਿਉਂਕਿ ਕੰਪਨੀਆਂ ਰਿਕਵਰ ਕਰਨਗੀਆਂ, ਅਦਰਵਾਈਜ਼ ਕੰਪਨੀਆਂ ਜਿਹੜੀਆਂ, ਜੇ ਸਰਕਾਰਾਂ ਜੋ ਮਰਜ਼ੀ ਕਰਦੀਆਂ ਰਹਿਣ, ਜੇ ਲੋਕ ਰਿਕਵਰ ਨਹੀਂ ਕਰ ਰਹੇ ਤਾਂ ਕੰਪਨੀਆਂ ਜਿਹੜੀਆਂ ਨੇ ਉਹ ਲੋਕਾਂ ਨੂੰ ਨੌਕਰੀਆਂ ਤੋਂ ਕੱਢਦੀਆਂ ਰਹਿਣਗੀਆਂ ਔਰ ਮਹਿੰਗਾਈ ਦਾ ਭਾਰ ਉਹਨਾਂ ਦੇ ਉੱਤੇ ਪਾਉਂਦੀਆਂ ਰਹਿਣਗੀਆਂ। ਇਸ ਕਰਕੇ ਦੋਨੋਂ ਪੱਖੋਂ ਸਰਕਾਰ ਜਿਹੜੀ ਹੈ ਉਹ ਵੀ ਠੀਕ ਤਰੀਕੇ ਨਾਲ ਲੋਕ ਪੱਖੀ ਨੀਤੀਆਂ ਬਣਾਵੇ, ਔਰ ਦੂਸਰਾ ਜਿਹੜੇ ਲੋਕ ਨੇ ਉਹਨਾਂ ਨੂੰ ਨੌਕਰੀਆਂ ਮਿਲਣ, ਤਾਂ ਜਿਹੜਾ ਅਰਥਚਾਰਾ ਜਿਹੜਾ ਹੈ ਇਹ ਪ੍ਰੋਪਰ ਰਿਕਵਰ ਕਰੇਗਾ 2023 ਦੇ ਵਿੱਚ। ਰਾਜੀਵ ਜੀ, ਕਈ ਵਾਰ ਲੱਗਦਾ ਹੈ ਕਿ ਦੇਸ਼ ਨੂੰ ਚਲਾਉਣ ਵਾਲੇ ਦੇਸ਼ ਨੂੰ ਇੱਕ ਕੰਪਨੀ ਵਾਂਗ ਚਲਾ ਰਹੇ ਨੇ, ਜਦਕਿ ਦੇਸ਼ ਕੋਈ ਕੰਪਨੀ ਨਹੀਂ ਹੁੰਦੀ ਜਿਹਦੇ 'ਚ ਪ੍ਰੋਫਿਟ ਐਂਡ ਲਾਸ ਦੀ ਬੈਲੈਂਸ ਸ਼ੀਟ ਬਣੇ ਔਰ ਲੋਕਾਂ ਨੂੰ ਉਹਦੇ ਮੁਤਾਬਿਕ ਨੌਕਰੀ ਮਿਲੇ ਕਿ ਕਿੰਨਾ ਕੁ ਅਸੀਂ ਖਜ਼ਾਨੇ ਦੇ ਉੱਤੇ ਬੋਝ ਬਰਦਾਸ਼ਤ ਕਰ ਸਕਦੇ ਹਾਂ ਤੇ ਕਿੰਨਾ ਕੁ ਨਹੀਂ ਕਰ ਸਕਦੇ। ਤੇ ਫਿਰ ਜਿਨ੍ਹਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਜਾਏਗਾ, ਜਿਨ੍ਹਾਂ ਕੋਲ ਕੋਈ ਕੰਮ ਨਹੀਂ, ਉਹ ਕੀ ਕਰਨ? ਰੋਟੀ ਕਿੱਥੋਂ ਖਾਣ? ਫਿਰ ਉਹ ਕ੍ਰਾਈਮ ਕਰਨਗੇ, ਕ੍ਰਾਈਮ ਰੇਟ ਵਧੇਗਾ, ਫਿਰ ਕੀ ਹਾਲਾਤ ਬਣਨਗੇ? ਸੋ ਦੇਸ਼ ਕੋਈ ਕੰਪਨੀ ਨਹੀਂ ਹੈ ਜਿਸ ਨੂੰ ਕੰਪਨੀ ਵਾਂਗ ਚਲਾਇਆ ਜਾ ਰਿਹਾ। ਇਹ ਇਸ ਵਕਤ ਮਹਿਸੂਸ ਕਰ ਰਹੇ ਨੇ ਐਕਸਪਰਟ। ਦੇਸ਼ ਹੈ ਜਿਹਦੇ ਉੱਤੇ ਸਾਰਿਆਂ ਦੀ ਜ਼ਿੰਮੇਵਾਰੀ ਹੈ, ਸਾਰੇ ਨਾਗਰਿਕਾਂ ਦੀ ਜ਼ਿੰਮੇਵਾਰੀ ਹੈ। ਖਾਲੀ ਲੈਕਚਰ ਦੇਣ ਨਾਲ ਦੇਸ਼ ਮਹਾਨ ਨਹੀਂ ਹੋ ਜਾਂਦਾ, ਖਾਲੀ ਲੈਕਚਰ ਦੇਣ ਨਾਲ ਸਾਰੇ ਕੰਮ ਨਹੀਂ ਹੋ ਜਾਂਦੇ, ਕੰਮ ਕਰਕੇ ਦਿਖਾਉਣੇ ਪੈਂਦੇ ਨੇ। ਇਹ ਨਹੀਂ ਕਿ ਪਬਲਿਸਿਟੀ ਕਰੋ, ਮਾਰਕੀਟਿੰਗ ਕਰੋ ਔਰ ਦੇਸ਼ ਨੂੰ ਤੁਸੀਂ ਦਿਖਾਓ ਕਿ ਤੁਸੀਂ ਬਹੁਤ ਵੱਡੇ ਕੰਮ ਕਰਦੇ ਪਏ ਹੋ ਔਰ ਅੰਕੜਿਆਂ ਦਾ ਹੇਰ-ਫੇਰ ਕਰਕੇ ਤੁਸੀਂ ਇਹ ਦਰਸਾਉਣ ਦੀ ਕੋਸ਼ਿਸ਼ ਕਰੋ ਕਿ ਇਕਨੋਮੀ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ। ਪ੍ਰੈਕਟੀਕਲ ਸਾਨੂੰ ਸਭ ਨੂੰ ਦਿਖਾਈ ਦਿੰਦਾ ਹੈ, ਨਾਗਰਿਕਾਂ ਨੂੰ, ਕਿ ਪ੍ਰੈਕਟੀਕਲੀ ਕੀ ਹੋ ਰਿਹਾ ਦੇਸ਼ ਦੇ ਵਿੱਚ, ਗਵਰਨਮੈਂਟਸ ਕੀ ਕਰ ਰਹੀਆਂ ਨੇ, ਸਭ ਕੁਝ ਦਿਖਾਈ ਦੇ ਰਿਹਾ ਹੈ।
क्योंकि जे सब कुछ सही तरीके नाल चलदा होवे तां इन्ने कपले, इन्नी रिश्वतखोरी, इन्नी भ्रष्टाचार की जिहड़ी स्लैब है इन्नी उत्ते ना जावे। लोग टैक्स चोरी करते हैं, GST दे विच गड़बड़ करते हैं, हर थां दे उत्ते नैशनल करैक्टर नहीं है साडे कोल। सो वड्डे वड्डे मुल्कां दी असीं गल करदे हां, वो मुल्कां वो कौम किसी बेस दे उत्ते खड़ियां होईयां ने। हवा दे विच गल्लां करन नाल किते भी कोई कौम कोई देश मजबूत नहीं बनता। सो साडे इत्थे हवा दे विच ज़्यादा गल्लां हुंदियां ने, प्रैक्टिकली ग्राउंड दे विच तां टुट्टियां होईयां सड़कां मिलदियां ने, प्रैक्टिकल ग्राउंड दे उत्ते कुछ भी नहीं हुंदा। सो बहुत घट हुंदा, जो हुंदा भी ना दे बराबर। और कुछ जिहड़े लोग ने वो पूरा प्रॉफिट लै रहे हैं, बाकी सब थल्ले ही थल्ले, कुछ लोग बल्ले बल्ले। ये असीं सारे देखते पे हाँ। इस सारे व्यू पॉइंट दे विच इनफ्लेशन कित्थे खड़ी है, क्योंकि उहदी मार तां आम लोकां नूं पैंदी, आम जनता नूं पैंदी है। वड्डे वड्डे घराणिਆਂ नूं ते कोई लेना देना नहीं, उन्हां कोल ते बहुत माल है, बहुत कुछ है उन्हां कोल। आम लोग कित्थे खड़े ने जिथे महंगाई की दर है घटेगी वधेगी 2023 दे विच, की नवें चंन चढ़नगे महंगाई नूं लैके? देखो जिथे तक खन्ना साहब महंगाई की गल है, महंगाई हुंदा की सीगा हजे तक जो असी पुराना देखते आ रहे हैं बई महंगाई एक अद्धी चीज चाहुंदी सी। प्याज की महंगाई आ गई, दुध की महंगाई आ गई, आलूआं की आ गई, लसन की आ गई, पेट्रोल डीजल की महंगाई आ गई। ये एक अद्धे पासों की महंगाई आउंदी सी और वो समय दे नाल महीने दो महीने दे विच सरकारां कोई यतन कर लैंदियां सन ते वो महंगाई नूं ठप्प लिता जांदा सी। ਹੁਣ ਐਤਕੀ ਕੀ ਹੋ ਰਿਹਾ ਕਿ ਮਹਿੰਗਾਈ 22 ਤੋਂ ਬਾਅਦ ਜਿਹੜੀ ਜਿੱਦਾਂ ਆਪਾਂ ਗੱਲ ਕੀਤੀ ਹੈ ਵੀ 2022 ਤੋਂ ਬਾਅਦ ਮਹਿੰਗਾਈ ਚਾਰ ਚੁਫੇਰੇ ਆਈ ਹੈ, ਹਰ ਪਾਸੋਂ ਮਹਿੰਗਾਈ ਆਈ ਹੈ। ਉਹ ਮਹਿੰਗਾਈ ਨੂੰ ਕਵਰ ਕਰਨ ਦੇ ਲਈ, ਉਹਨੂੰ ਕਾਬੂ ਕਰਨ ਦੇ ਲਈ ਵਰਲਡ ਓਵਰ ਸਾਰੇ ਬੈਂਕਾਂ ਨੇ ਸੈਕੂਲਰਲੀ ਸਾਰੇ ਰਿਜ਼ਰਵ ਬੈਂਕ ਸਾਰੀ ਦੁਨੀਆ ਦੇ ਉਹਨਾਂ ਨੇ ਵਿਆਜ ਨੂੰ ਵਧਾਇਆ। ਇੱਕ ਦੋ ਮੁਲਕਾਂ ਨੂੰ ਛੱਡ ਦਈਏ, ਚਾਈਨਾ ਦੇ ਵਿੱਚ ਇਸ ਟਾਈਮ ਰਿਸੈਸ਼ਨ ਆ ਗਿਆ ਸੀ, ਲੋਕਡਾਊਨ ਲੱਗੇ ਹੋਏ ਸੀ, ਉਹਦਾ ਅਸੀਂ ਐਕਸੈਪਸ਼ਨਲ ਕੇਸਿਸ ਛੱਡ ਦਈਏ, ਜਾਪਾਨ ਨੂੰ ਐਕਸੈਪਸ਼ਨ ਦੇ ਤੌਰ ਤੇ ਲੈ ਲਈਏ ਤਾਂ ਦੁਨੀਆ ਦੇ ਵਿੱਚ ਬਾਕੀ ਸਾਰੇ ਮੁਲਕਾਂ ਨੇ ਯੂਨਾਈਟਿਡ ਸਟੇਟਸ ਦੇ ਨਾਲ, USA ਦੇ ਨਾਲ ਆਪਣੇ ਵਿਆਜਾਂ ਨੂੰ ਵਧਾਇਆ ਸੀ ਤਾਂ ਕਿ ਮਹਿੰਗਾਈ ਨੂੰ ਕਾਬੂ ਕਰ ਲਿਆ ਜਾਵੇ। ਕੁਝ ਹੱਦ ਤੱਕ ਮਹਿੰਗਾਈ ਕਾਬੂ ਹੋਈ ਹੈ ਹਿੰਦੁਸਤਾਨ ਦੇ ਵਿੱਚ। ਆਪਾਂ ਇਹ ਨਹੀਂ ਕਹਿ ਸਕਦੇ ਕਿ ਮਹਿੰਗਾਈ ਨਹੀਂ ਹੋਈ ਹੈ, ਲੇਕਿਨ ਹੁਣ ਇਦਾਂ ਲੱਗਦਾ ਵੀ ਦੋ ਤਿੰਨ ਫੈਕਟਰਸ ਜਿਹੜੇ ਨੇ ਉਹਨਾਂ ਨੂੰ ਦੇਖਣਾ ਪਏਗਾ। ਉਹ ਹਾਊ ਡੂ ਦੇ ਪਲੇ ਆਊਟ, ਉਹ ਫੈਕਟਰਸ ਕਿਸ ਤਰ੍ਹਾਂ ਬਿਹੇਵ ਕਰਦੇ ਨੇ। ਸਭ ਤੋਂ ਪਹਿਲੀ ਚੀਜ਼ ਮੈਂ ਤੁਹਾਨੂੰ ਜੇ ਗੱਲ ਕਰਾਂ ਤਾਂ ਕਣਕ ਜਿਹੜਾ ਰਬੀ ਦੀ ਐਤਕੀ ਜੋ ਸੋਇੰਗ ਹੋਈ ਹੈ, ਉਹ ਕਹਿ ਰਹੇ ਵੀ ਕਣਕਾਂ ਦੀ ਬਿਜਾਈ ਅੱਛੀ ਹੋਈ ਹੈ। ਜੋ ਅੰਕੜੇ ਦੱਸ ਰਹੇ ਹੈ ਕਿ ਕਣਕਾਂ ਦੀ ਬਿਜਾਈ ਅੱਛੀ ਹੋਈ ਹੈ। ਲੇਕਿਨ ਇਹਦੇ ਨਾਲ ਜੇ ਅਸੀਂ ਦੇਖਦੇ ਵੀ ਜਦੋਂ ਸੋਣੀ ਦੀਆਂ ਫਸਲਾਂ ਇਹਨਾਂ ਚੋਂ ਤਾਂ ਰੂਰਲ ਡਿਮਾਂਡ ਨਹੀਂ ਵਧੀ। ਕਣਕਾਂ ਤਾਂ ਹਜੇ ਆਉਣੀਆਂ ਮਾਰਚ ਅਪ੍ਰੈਲ ਦੇ ਵਿੱਚ, ਪਰ ਜਿਹੜੀ ਸੋਣੀ ਦੀਆਂ ਫਸਲਾਂ ਆ ਗਈਆਂ, ਚੌਲਾਂ ਦੀ ਆ ਗਈ, ਜਿਹੜੀ ਕਾਸ਼ਤ ਹੈ, ਇਹਨਾਂ ਦੇ ਨਾਲ ਤਾਂ ਨਹੀਂ ਵਧੀਆਂ, ਰੂਰਲ ਡਿਮਾਂਡ ਦੇ ਵਿੱਚ ਫਰਕ ਨਹੀਂ ਪਿਆ। ਤਾਂ ਇਹ ਬਹੁਤ ਵੱਡਾ ਫੈਕਟਰ ਹੋਏਗਾ ਪਹਿਲਾਂ ਕਿ ਇਹ ਕਿਸ ਤਰ੍ਹਾਂ ਪਲੇ ਆਊਟ ਕਰਦੀ ਹੈ, ਕਿਉਂਕਿ ਸਰਕਾਰ ਨੇ ਵੀ ਜਿਹੜੀ ਪ੍ਰਾਈਮ ਮਿਨਿਸਟਰ ਗਰੀਬ ਕਲਿਆਣ ਅੰਨ ਯੋਜਨਾ ਸੀ ਉਹਨੂੰ ਮਰਜ ਕਰਤਾ ਹੈਗਾ। ਹੁਣ ਜਿੱਥੇ ਲੋਕਾਂ ਨੂੰ 5 ਕਿਲੋ ਅਨਾਜ ਮਿਲਦਾ ਸੀ, ਉਹਦਾ ਵੀ ਜਿਹੜਾ ਉਹਨੂੰ ਵੀ ਘਟਾ ਕੇ ਹੁਣ 4 ਕਿਲੋ ਤੇ ਲੈ ਆਂਦਾ। ਦੂਸਰੀ ਚੀਜ਼ ਜਿਹੜਾ ਇੱਥੇ ਫੈਕਟਰ ਪਲੇ ਕਰੇਗਾ ਉਹ ਹੈਗਾ 5G, ਕਿਉਂਕਿ ਹਰ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਹੈ। 5G ਦਾ ਖਰਚਾ ਕੰਪਨੀਆਂ ਕੀ ਕਰਦੀਆਂ ਕੱਲ ਨੂੰ, ਜੇ ਖਾਸ ਕਰਕੇ ਵੋਡਾਫੋਨ ਆਈਡੀਆ, ਜਿਸ ਤਰੀਕੇ ਦੇ ਵੋਡਾਫੋਨ ਔਰ ਆਈਡੀਆ ਨੂੰ ਝਟਕੇ ਲੱਗ ਰਹੇ ਹੈ, ਤਾਂ ਜਿਹੜਾ ਜੀਓ ਔਰ ਏਅਰਟੈਲ ਉਹ ਕਿੰਨਾ ਰੇਟ ਵਧਾਉਂਦੇ ਨੇ। ਉਹਨਾਂ ਨੂੰ 5G ਦੇ ਸਪੈਕਟਰਮ ਦੇ ਲਈ ਬਹੁਤ ਖਰਚਾ ਕਰਨਾ ਪਿਆ, ਉਹ ਰੇਟ ਵਧਾਉਣਗੇ। ਉਹ ਰੇਟ ਸਾਡੀ ਇਨਫਲੇਸ਼ਨ ਦੇ ਵਿੱਚ ਰਿਫਲੈਕਟ ਹੋਏਗਾ, ਉਹ ਰੇਟ ਡਿਜੀਟਲ ਇੰਡੀਆ ਦੇ ਵਿੱਚ ਹਰ ਜਗ੍ਹਾ ਤੇ ਰਿਫਲੈਕਟ ਹੋਏਗਾ। ਸਾਨੂੰ ਹਰ ਜਗ੍ਹਾ ਇਹ ਦੱਸਿਆ ਜਾਂਦਾ ਆਨਲਾਈਨ ਕੰਮ ਕਰ ਲਓ, ਆਨਲਾਈਨ ਕੰਮ ਕਰ ਲਓ। ਅਸੀਂ ਸਾਰੀ ਚੀਜ਼ ਨੂੰ ਆਨਲਾਈਨ ਕਰਦੇ ਪਏ ਹਾਂ, ਉੱਥੇ ਜਿਹੜੇ ਇੰਟਰਨੈਟ ਦੇ ਰੇਟ ਵਧਣ ਲੱਗੇ ਨੇ। ਤਾਂ ਇਹ ਦੂਸਰਾ ਫੈਕਟਰ ਹੋਏਗਾ ਜਿਹਦੇ ਬਾਰੇ ਸਾਨੂੰ ਦੇਖਣਾ ਪਏਗਾ, ਇਹ ਇਨਫਲੇਸ਼ਨ ਨੂੰ ਕਿਸ ਤਰੀਕੇ ਨਾਲ ਡਰਾਈਵ ਕਰਦਾ। ਤੀਸਰਾ ਫੈਕਟਰ ਜਿਹੜਾ ਇਹਦੇ ਚ ਆਏਗਾ, ਜਿਹੜਾ ਦੇਖਣਾ ਪਏਗਾ, ਉਹ ਹੈਗਾ ਤੇਲ। ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇਲ ਕਿੱਦਾਂ ਪਲੇ ਆਊਟ ਕਰਦਾ, ਤੇਲ ਦਾ ਕੀ ਰੋਲ ਰਹਿੰਦਾ। ਅਜੇ ਤੱਕ ਚਾਈਨਾ ਦੀ ਰਿਕਵਰੀ ਜਿਹੜੀ ਹੈ ਨਹੀਂ ਹੋਈ। ਚਾਈਨਾ ਜਿਹੜਾ ਹੈ ਲੋਕਡਾਊਨ ਦੇ ਵਿੱਚ ਹੈ। ਕੱਲ ਨੂੰ ਚਾਈਨਾ ਜੇ ਖੁੱਲਦਾ, ਕਿਆ ਉੱਥੇ ਦੀ ਇੰਡਸਟਰੀ ਜਿਹੜੀ ਹੈ ਉਹ ਜ਼ਿਆਦਾ ਤੇਲ ਦੀ ਖਪਤ ਕਰਦੀ ਹੈ। ਜੇ ਜ਼ਿਆਦਾ ਤੇਲ ਦੀ ਖਪਤ ਕਰਦੀ ਹੈ ਤਾਂ ਮਾਰਕੀਟ ਦੇ ਵਿੱਚ ਚਾਂਸ ਹੈ ਵੀ ਤੇਲ ਦੇ ਰੇਟ ਉੱਠ ਜਾਣ।
ਦੂਸਰਾ ਫੈਕਟਰ ਇਹ ਆ ਵੀ ਓਪੇਕ ਜਿਹੜੇ ਕੰਟਰੀਜ਼ ਹੈ, ਜੇ ਤੇਲ ਜਿੱਦਾਂ ਅੱਜ ਦੀ ਡੇਟ ਦੇ ਵਿੱਚ ਚਾਈਨਾ ਦੇ ਵਿੱਚ ਲੋਕਡਾਊਨ ਲੱਗੇ ਹੋਏ ਆ ਤਾਂ ਤੇਲ ਦਾ ਰੇਟ ਜਿਹੜਾ ਲਗਾਤਾਰ ਨੀਚੇ ਜਾ ਰਿਹਾ, ਔਰ ਰਿਸੈਸ਼ਨ ਦਾ ਹਰ ਕਿਸੇ ਨੂੰ ਲੱਗਦਾ ਵੀ ਜਿਹੜੇ ਵਿਆਜ ਵਧੇ ਸੀ ਉਹਦੇ ਕਰਕੇ ਮੰਦੀ ਜਿਹੜੀ ਹੈ ਉਹ 2023 ਨੂੰ ਘੇਰ ਲਏਗੀ। ਤਾਂ ਹਰ ਕਿਸੇ ਨੂੰ ਇਦਾਂ ਲੱਗਦਾ ਵੀ ਤੇਲ ਦੇ ਰੇਟ ਜਿਹੜੇ ਘਟ ਜਾਣਗੇ, ਪਰ ਜੇ ਉਹ ਤੇਲ ਦੇ ਰੇਟ ਘਟਦੇ ਨੇ ਤੇ ਓਪੇਕ ਕੰਟਰੀਜ਼ ਜਿਹੜੀਆਂ ਨੇ, ਜਿਹੜੇ ਤੇਲ ਜਿਹੜੇ ਪੈਦਾ ਕਰਨ ਵਾਲੇ ਮੁਲਕ ਨੇ, ਕਿਆ ਇਹ ਜੇ ਉਹਦੇ ਬਰਾਬਰ ਦੀ ਮਾਰਕੀਟ ਦੇ ਵਿੱਚ ਪੈਦਾਵਾਰ ਜਿਹੜੀ ਹੈ ਘਟਾ ਦੇਣਗੇ, ਪ੍ਰੋਡਕਸ਼ਨ ਦਾ ਕੱਟ ਲਾ ਦੇਣਗੇ, ਫਿਰ ਤੇਲ ਦਾ ਰੇਟ ਮੁੜ ਕੇ ਮਹਿੰਗਾ ਹੋ ਸਕਦਾ। ਜੇ ਤੇਲ ਦਾ ਰੇਟ ਮਹਿੰਗਾ ਹੋ ਗਿਆ, ਰੁਪਈਆ ਫਿਰ ਗਿਰੇਗਾ, ਫਿਰ ਇਨਫਲੇਸ਼ਨ ਜਿਹੜੀ ਹੈ ਸਾਡੇ ਸਾਹਮਣੇ ਆ ਕੇ ਖੜੀ ਹੋ ਜਾਏਗੀ। ਇਸ ਕਰਕੇ ਹਾਲ ਦੀ ਘੜੀ ਤੇ ਇਨਫਲੇਸ਼ਨ ਠੀਕ ਹੈ, ਪਰ ਜਿਹੜਾ 2023 ਪੂਰੇ ਦਾ ਜੇ ਆਪਾਂ ਘਟਨਾਕ੍ਰਮ ਦੇਖੀਏ ਤਾਂ ਉਹਦੇ ਚ ਕਈ ਤਰ੍ਹਾਂ ਦੇ ਕੇਵੀਏਟ ਆਉਂਦੇ, ਕਈ ਤਰ੍ਹਾਂ ਦੇ ਕਿੰਤੂ ਪਰੰਤੂ ਆਉਂਦੇ ਨੇ। ਹੋ ਸਕਦਾ ਵੀ ਜੇ ਸਾਰੀਆਂ ਚੀਜ਼ਾਂ ਠੀਕ ਰਹਿਣ ਤਾਂ ਰੇਟ ਜਿਹੜੇ ਨੇ ਠੀਕ ਰਹਿਣਗੇ। ਜੇ ਕਣਕਾਂ ਦੀ ਸਪਲਾਈ ਠੀਕ ਹੋ ਜਾਂਦੀ ਹੈ, ਚੌਲਾਂ ਦਾ ਰੇਟ ਠੀਕ ਰਹਿ ਜਾਂਦਾ ਹੈ, ਜੇ ਖਾਣੇ ਵਾਲੇ ਤੇਲਾਂ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ, ਜੇ 5G ਦੇ ਰੇਟ ਜ਼ਿਆਦਾ ਨਹੀਂ ਵੱਧਦੇ, ਜੇ ਜਿਹੜਾ ਕਰੂਡ ਦਾ ਹੈ, ਜਿਹੜਾ ਕੱਚਾ ਤੇਲ ਹੈ, ਉਹਦੇ ਰੇਟ ਨਹੀਂ ਵੱਧਦੇ, ਫਿਰ ਸਾਰਾ ਕੁਝ ਠੀਕ ਹੈ। ਪਰ ਜੇ ਇਹਨਾਂ ਚ ਕੋਈ ਵੀ ਚੀਜ਼ ਇੰਬੈਲੈਂਸ ਹੋ ਜਾਂਦੀ ਹੈ, ਉੱਪਰ ਥੱਲੇ ਹੁੰਦੀ ਹੈ, ਇਹ ਘਟਨਾਕ੍ਰਮ ਜਿਹੜਾ ਹਿੰਦੁਸਤਾਨ ਦੇ ਵਿੱਚ ਮੁੜ ਕੇ ਮਹਿੰਗਾਈ ਨੂੰ ਲੈ ਕੇ ਆ ਸਕਦਾ। ਇਸ ਵਕਤ ਰਾਜੀਵ ਜੀ ਜਦੋਂ ਆਪਾਂ ਰਿਕਾਰਡਿੰਗ ਕਰ ਰਹੇ ਹਾਂ, ਜੋ ਇਨਫੋਰਮੇਸ਼ਨ ਮੇਰੇ ਕੋਲ ਪਹੁੰਚ ਰਹੀ ਹੈ, ਆਇਲ ਦੇ ਤੇਲ ਦੇ ਰੇਟ ਵਧੇ ਨੇ, ਔਰ ਜਿਸ ਕਰਕੇ ਪੰਜਾਬ ਦੇ ਕਈ ਰਾਜਾਂ ਦੇ ਵਿੱਚ ਵੀ, ਭਾਰਤ ਦੇ ਕਈ ਰਾਜਾਂ ਦੇ ਵਿੱਚ ਵੀ ਤੇਲ ਦੇ ਰੇਟ ਵਧੇ ਨੇ, ਪੰਜਾਬ ਦੇ ਵਿੱਚ ਵੀ ਵਧੇ ਨੇ। ਜੋ ਇਸ ਵਕਤ ਇਨਫੋਰਮੇਸ਼ਨ ਆ ਰਹੀ ਹੈ ਮੇਰੇ ਕੋਲ, ਰੇਟ ਵੱਧ ਚੁੱਕੇ ਨੇ ਕਰੂਡ ਆਇਲ ਦੇ। ਸੋ ਇਹਦਾ ਮਤਲਬ ਹੈ ਕਿ ਇਹ ਸਭ ਹਿੱਲਣ ਵਾਲਾ ਹੈ? ਨਹੀਂ ਖੰਨਾ ਸਾਹਿਬ, ਮੈਂ ਥੋੜਾ ਜਿਹਾ ਤੁਹਾਡੇ ਤੋਂ ਡਿਫਰ ਕਰਦਾ। ਹੋ ਸਕਦਾ ਕਿਉਂਕਿ ਤੇਲ ਜਿਹੜਾ ਹੁੰਦਾ, ਇਹ ਤੇਲ ਹਮੇਸ਼ਾ ਪਹਿਲਾਂ ਕੀ ਹੋਇਆ ਉਹਦੇ ਉੱਤੇ, ਜੋ ਅੱਜ ਅਸੀਂ ਤੇਲ ਦੇਖ ਰਹੇ ਹਾਂ, ਜੋ ਅੱਜ ਦਾ ਤੇਲ ਹੈ, ਇਹਦਾ ਮਤਲਬ ਹੈ ਵੀ ਪਿਛਲੇ, ਕਿਉਂਕਿ ਤੇਲ ਹਮੇਸ਼ਾ ਫਿਊਚਰਸ ਦੇ ਅਕੋਰਡਿੰਗਲੀ ਚੱਲਦਾ। ਫਿਊਚਰਸ ਜੋ ਅੱਜ ਅਸੀਂ ਦੇਖ ਰਹੇ ਹਾਂ, ਇਹ ਪਿੱਛੇ ਤੈਅ ਹੋ ਗਿਆ ਸੀਗਾ, ਇਹ ਅੱਜ ਦਾ ਨਹੀਂ ਹੈ, ਇਹ ਪਹਿਲਾਂ ਤੈਅ ਹੋ ਗਿਆ ਸੀਗਾ। ਤੇਲ ਹਮੇਸ਼ਾ ਅੱਗੇ ਫਿਊਚਰਸ ਦੇ ਵਿੱਚ ਦੀ ਗੱਲ ਕਰਦਾ। ਔਰ ਜਿਹੜੀ ਲੇਟੈਸਟ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਘਟਨਾਕ੍ਰਮ ਹੋਇਆ, ਸਾਊਦੀ ਅਰੇਬੀਆ ਨੇ ਇਹ ਕਿਹਾ ਕਿ ਸਾਊਦੀ ਅਰੇਬੀਆ ਯੂਰਪ ਨੂੰ ਤੇ ਏਸ਼ੀਆ ਨੂੰ ਤੇਲ $1.5 ਸਸਤਾ ਦੇਗਾ। ਮਾਰਕੀਟ ਦੇ ਵਿੱਚ ਕੰਪੀਟੀਸ਼ਨ ਹੋ ਗਿਆ, ਰਸ਼ੀਆ ਸਸਤਾ ਤੇਲ ਦੇ ਰਿਹਾ, ਇਸ ਕਰਕੇ ਸਾਊਦੀ ਅਰਬੀਆ ਨੇ ਵੀ ਕਹਿ ਦਿੱਤਾ ਵੀ ਮੈਂ ਵੀ ਸਸਤਾ ਤੇਲ ਦਊਂਗਾ। ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਦੇ ਰੇਟ ਘਟ ਜਾਣ। ਹੁਣ ਸਰਕਾਰ ਸਾਡੀ, ਮੋਦੀ ਸਰਕਾਰ ਜਿਹੜੀ ਹੈ, ਕਿਆ ਉਹ ਤੇਲ ਦਾ ਬੈਨੀਫਿਟ ਜਿਹੜਾ ਘਟੇ ਰੇਟਾਂ ਦਾ ਲੋਕਾਂ ਤੱਕ ਤਬਦੀਲ ਕਰਦੀ ਹੈ ਜਾਂ ਨਹੀਂ, ਇਹ ਦੇਖਣ ਵਾਲਾ ਵਿਸ਼ਾ ਹੋਏਗਾ। ਪਰ ਮੈਨੂੰ ਏਦਾਂ ਲੱਗਦਾ ਵੀ ਤੇਲ ਜਿਹੜਾ ਹੈ ਹਜੇ ਹਾਲ ਦੀ ਘੜੀ ਇੰਨਾ ਕੀ ਰਹੇਗਾ, ਵੱਧ ਨਹੀਂ ਸਕਦਾ। ਯਾਨੀ ਸਾਡੇ ਦਰਸ਼ਕਾਂ ਵਾਸਤੇ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲੀ ਇਹਦੇ 'ਚ ਕਿ ਤੇਲ ਦੇ ਰੇਟਸ ਆਲਰੇਡੀ ਫਿਕਸਡ ਸੀਗੇ, ਉਹ ਹੁਣ ਹਜੇ ਪਬਲਿਕਲੀ ਅਨਾਊਂਸ ਹੋਏ ਨੇ, ਤੇ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਰੇਟ ਪਹਿਲਾਂ ਹੀ ਤੈਅ ਕਰ ਲਿੱਤੇ ਜਾਣਗੇ, ਫਿਰ ਉਹਦਾ ਅਸਰ ਦੇਖਿਆ ਜਾਏਗਾ ਕਿ ਕੀ ਪੈਂਦਾ ਹੈ। ਇਸ ਕਰਕੇ ਜਿਹੜੇ ਤੇਲ ਦੇ ਰੇਟਸ ਨੇ ਉਹ ਫਿਊਚਰ ਦੇ ਵਿੱਚ ਡਿਸਾਈਡ ਹੁੰਦੇ ਨੇ, ਫਿਰ ਜਦੋਂ ਲਾਗੂ ਕੀਤਾ ਜਾਂਦਾ ਹੈ ਉਹ ਪਹਿਲਾਂ ਹੀ ਡਿਸਾਈਡਡ ਹੁੰਦਾ ਕਿ ਉਹਦਾ ਕੀ ਅਸਰ ਪਏਗਾ। ਐਮ ਆਈ ਰਾਈਟ ਰਾਜੀਵ ਜੀ? ਬਿਲਕੁਲ ਠੀਕ ਹੈ ਜੀ। ਸਾਡੇ ਦਰਸ਼ਕਾਂ ਵਾਸਤੇ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲੀ ਜਿਨ੍ਹਾਂ ਨੂੰ ਇਹ ਗੱਲ ਨਹੀਂ ਪਤਾ। ਸੋ ਉਹਨਾਂ ਵਾਸਤੇ ਅਸੀਂ ਇਨਫੋਰਮੇਸ਼ਨ ਹਮੇਸ਼ਾ ਲੈ ਕੇ ਆਉਂਦੇ ਹਾਂ, ਨਵੀਆਂ ਗੱਲਾਂ। ਸੋ ਅਗਲੀ ਗੱਲ ਇਹ ਹੈ, ਬਜਟ ਦਾ ਕੀ ਬਣੇਗਾ? ਕਿਉਂਕਿ ਤੁਸੀਂ ਦੱਸਿਆ ਕਿ ਲਾਸਟ ਬਜਟ ਹੈ ਇਹ ਗਵਰਨਮੈਂਟ ਦਾ, ਜੋ ਸੈਂਟਰ ਗਵਰਨਮੈਂਟ ਹੈ ਸਾਡੀ, ਕਿਉਂਕਿ ਸਨ 2024 ਦੇ ਵਿੱਚ ਸੈਂਟਰ ਦੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਹੋਣ ਵਾਲੀਆਂ ਨੇ। ਇਸ ਵਕਤ ਬੀਜੇਪੀ ਸਰਕਾਰ ਪਰਫਾਰਮ ਕਰਦੀ ਪਈ ਹੈ ਸੈਂਟਰ ਦੇ ਵਿੱਚ। ਸੋ ਇਹ ਲਾਸਟ ਬਜਟ ਹੈ ਇਸ ਗਵਰਨਮੈਂਟ ਦਾ। 2024 ਦੇ ਵਿੱਚ ਜੋ ਪਾਰਟੀ ਨਵੀਂ ਸਰਕਾਰ ਬਣਾਏਗੀ ਉਹ ਬਜਟ ਲੈ ਕੇ ਆਏਗੀ। ਸੋ 2024 ਦਾ ਬਜਟ, ਲਾਸਟ ਬਜਟ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ? ਕਿਉਂਕਿ ਯਕੀਨੀ ਤੌਰ ਤੇ ਆਉਣ ਵਾਲੀਆਂ ਇਲੈਕਸ਼ਨਸ ਨੂੰ ਵੀ ਧਿਆਨ ਵਿੱਚ ਰੱਖ ਕੇ ਬੀਜੇਪੀ ਗਵਰਨਮੈਂਟ ਇਹ ਬਜਟ ਬਣਾਉਣ ਵਾਲੀ ਹੈ। ਰਾਜੀਵ ਜੀ? ਦੇਖੋ ਜੀ, ਬਜਟ ਸਰਕਾਰ ਇਸ ਵੇਲੇ ਫਾਈਨਾਂਸ ਮਿਨਿਸਟਰ ਜਿਹੜੇ ਹੋਣਗੇ ਉਹਨਾਂ ਦੀ ਨੀਂਦ ਉੜੀ ਹੋਏਗੀ ਬਜਟ ਤੇ, ਕਿਉਂਕਿ ਜਿਸ ਤਰੀਕੇ ਦੇ ਹਾਲਾਤ ਅਸੀਂ ਦੇਖ ਰਹੇ ਹਾਂ, ਕੋਈ ਸੁਖਾਵੀਆਂ ਚੀਜ਼ਾਂ ਸਾਡੇ ਸਾਹਮਣੇ ਨਹੀਂ ਆ ਰਹੀਆਂ। ਆਪਾਂ ਇਹ ਦੇਖੀਏ ਬਈ ਕੁਝ ਦਿਨ ਪਹਿਲਾਂ ਦੀ ਗੱਲ ਹੈ, ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀਗਾ, ਸਰਕਾਰ ਨੇ ਇਹ ਗੱਲ ਕਹੀ ਸੀ ਕਿ ਸਰਕਾਰ ਨੂੰ 3.25 ਲੱਖ ਕਰੋੜ ਰੁਪਈਆ ਹੋਰ ਚਾਹੀਦਾ। ਇਹਨਾਂ ਨੇ ਹੋਰ ਜੋ ਪਿਛਲੀ ਵਾਰੀ 40 ਲੱਖ ਕਰੋੜ ਰੁਪਈਆ ਜੋ 2022 ਦਾ ਬਜਟ ਮਿੱਥਿਆ ਸੀ, ਉਹਦੇ ਚ ਖਰਚੇ ਦੇ ਲਈ 40 ਲੱਖ ਕਰੋੜ ਰੁਪਈਆ ਰੱਖਿਆ ਸੀ। ਲੇਕਿਨ ਹੁਣ ਜਿਹੜਾ ਉਸ ਦੇ ਓਵਰ ਐਂਡ ਅਬਵ ਸਰਕਾਰ ਦਾ ਖਰਚਾ ਹੋਇਆ
44 ਲੱਖ ਕਰੋੜ 3.25 ਲੱਖ ਕਰੋੜ ਰੁਪਈਆ ਸਰਕਾਰ ਹੋਰ ਲੈਣ ਗਈ ਹੈ, ਕਿਉਂਕਿ ਉਹਦੇ ਚ ਫਰਟੀਲਾਈਜ਼ਰ ਦੇ ਰੇਟ ਵੱਧ ਗਏ ਉਹਦੀ ਸਬਸਿਡੀ ਕਾਰਨ, ਔਰ ਪ੍ਰਾਈਮ ਮਿਨਿਸਟਰ ਗਰੀਬ ਕਲਿਆਣ ਅੰਨ ਯੋਜਨਾ ਜਿਹਦੇ ਚ 80 ਕਰੋੜ ਲੋਕਾਂ ਨੂੰ ਖਾਣਾ ਦਿੱਤਾ, ਝੋਨਾ ਤੇ ਕਣਕਾਂ ਦਿੱਤੀਆਂ ਗਈਆਂ, ਤੇ ਜਿਹੜੇ ਤੇਲ ਦੇ ਰੇਟ ਵਧੇ ਸੀ, ਉਹਦੇ ਕਰਕੇ ਸਰਕਾਰ ਦਾ ਆਪਣਾ ਖਰਚਾ ਜਿਹੜਾ ਹੈ ਆਲਰੇਡੀ ਜੋ ਇਹਨਾਂ ਨੇ ਮਿੱਥਿਆ ਹੋਇਆ ਸੀ ਉਸ ਤੋਂ ਉੱਤੇ ਜਾ ਚੁੱਕਾ ਹੈ। ਇੱਕ ਪੁਆਇੰਟ ਤਾਂ ਇਹ ਹੈ। ਸ਼ੋਰ ਉਹਦੇ ਨਾਲ ਹੁਣ ਸਮੱਸਿਆ ਕੀ ਹੈ ਕਿ ਖੰਨਾ ਸਾਹਿਬ, ਹੁਣ ਸਮੱਸਿਆ ਇਹ ਆਉਂਦੀ ਹੈ ਵੀ ਇਹ ਪੈਸਾ ਫਿਰ ਕਿੱਥੋਂ ਆਉਂਦਾ? ਇਹ ਪੈਸਾ ਸਰਕਾਰ ਕਰਜ਼ੇ ਲੈਂਦੀ ਹੈ। ਜੇ ਆਪਾਂ ਪਿਛਲੇ ਸਾਲ ਦਾ ਐਨਾਲਿਸਿਸ ਕਰੀਏ ਬਜਟ ਦਾ, ਤਾਂ ਸਰਕਾਰ ਦਾ ਖਰਚਾ ਜਿਹੜਾ ਸੀ ਉਹ ਤਕਰੀਬਨ 137 ਲੱਖ ਕਰੋੜ ਰੁਪਈਆ ਸੀ ਜੋ ਸਰਕਾਰ ਦਾ ਕਰਜ਼ਾ ਹੈ। ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ, ਜੇ ਕੇਂਦਰ ਸਰਕਾਰ 1 ਰੁਪਈਆ ਕਮਾਉਂਦੀ ਹੈ ਉਹਦੇ ਚੋਂ 41 ਪੈਸੇ ਜਿਹੜੇ ਵਿਆਜ ਦੇ ਤੌਰ ਤੇ ਚਲੇ ਜਾਂਦੇ ਨੇ। ਤਾਂ ਇਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਬਜਟ ਬਣਾਉਣਾ ਫਾਈਨਾਂਸ ਮਿਨਿਸਟਰ ਦੇ ਲਈ ਕੋਈ ਸੌਖਾ ਕੰਮ ਨਹੀਂ ਹੈ। ਇਸੇ ਕਰਕੇ ਕਿਹਾ ਵੀ ਉਹਨਾਂ ਦੀ ਰਾਤ ਦੀ ਨੀਂਦ ਉੜੀ ਹੋਈ ਹੋਵੇਗੀ। ਇਸ ਵੇਲੇ ਉਹਨਾਂ ਦਾ ਕਰਜ਼ਾ ਜਿਹੜਾ ਹੈ ਇਸ ਵੇਲੇ 155 ਲੱਖ ਕਰੋੜ ਦੇ ਲਾਗੇ ਜਾ ਰਿਹਾ, ਜਿਹੜਾ 137 ਲੱਖ ਕਰੋੜ ਸੀ ਉਹ ਹੁਣ 155 ਲੱਖ ਕਰੋੜ, ਜਿਹਦਾ ਮਤਲਬ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਰੁਪਈਏ ਪਿੱਛੇ ਜੇ 41 ਪੈਸੇ ਜਾਂਦੇ ਤਾਂ ਹੋ ਸਕਦਾ ਹੁਣ 44 ਪੈਸੇ 45 ਪੈਸੇ ਜਾਣ। ਇਹਦਾ ਮਤਲਬ ਹੈ ਵੀ ਜੋ ਸਰਕਾਰ ਅਰਨ ਕਰਦੀ ਹੈ, ਜੋ ਮਾਲੀਆ ਇਕੱਠਾ ਕਰਦੀ ਹੈ, ਉਹਦਾ ਸਿਰਫ ਅੱਧਾ ਭਾਗ ਜਿਹੜਾ ਸਰਕਾਰ ਦੇ ਲੇਖੇ ਲੱਗੇਗਾ, ਅੱਧਾ ਤਾਂ ਜਿਹੜਾ ਕਰਜ਼ੇ ਲਿੱਤੇ ਹੋਏ ਆ ਉਹਨਾਂ ਦੇ ਵਿੱਚ ਚੱਲ ਜਾਏਗਾ। ਇਨ ਲਾਈਟ ਆਫ ਦੈਟ ਵੀ ਸਰਕਾਰ ਦੇ ਫਾਈਨੈਂਸ਼ੀਅਲ ਪੋਜੀਸ਼ਨ ਜਿਹੜੀ ਹੈ ਪ੍ਰੋਬਲਮੈਟਿਕ ਹੈ। ਤਾਂ ਇੱਕ ਤਾਂ ਸਰਕਾਰ ਦਾ ਆਖਰੀ ਬਜਟ ਹੈ, ਸਰਕਾਰ ਨਵੇਂ ਟੈਕਸ ਨਹੀਂ ਲਾਏਗੀ। ਉਮੀਦ ਇਹ ਹੈ ਵੀ ਸਰਕਾਰ ਨਵਾਂ ਟੈਕਸ ਨਹੀਂ ਲਾਏਗੀ। ਕੋਈ ਸਰਕਾਰ ਹਾਈਲਾਈਟ ਕਰੇਗੀ ਕਈ ਚੀਜ਼ਾਂ ਨੂੰ, ਪ੍ਰੋਜੈਕਟ ਕਰੇਗੀ ਕਿ ਉਹ ਇਹ ਕਰਨ ਲੱਗੇ ਆ। ਅੱਛਾ, ਇੱਕ ਇਹਦੇ ਨਾਲ ਹੋਰ ਵੀ ਚੀਜ਼ ਹੈ ਵੀ ਡਿਸਇਨਵੈਸਟਮੈਂਟ ਜਿਹੜੀ ਰੱਖੀ ਸੀ ਸਰਕਾਰ ਨੇ ਆਪਣੇ, ਵੀ ਅਸੀਂ ਰੇਲਵੇ ਦੀਆਂ ਲਾਈਨਾਂ ਵੇਚ ਦਾਂਗੇ, ਅਸੀਂ ਐਸੈਟ ਮੋਨੇਟਾਈਜੇਸ਼ਨ ਪ੍ਰੋਗਰਾਮ ਵੇਚ ਦਾਂਗੇ, 1 ਤੋਂ 1.5 ਲੱਖ ਕਰੋੜ ਰੁਪਈਆ ਸਾਨੂੰ ਹਰ ਸਾਲ ਮਿਲਦਾ ਰਹੇਗਾ, ਬਿਲਕੁਲ ਫੇਲ ਹੋ ਗਿਆ। ਨਾ IDBI ਵਿਕਿਆ, ਨਾ ਭਾਰਤ ਪੈਟਰੋਲੀਅਮ ਵਿਕਿਆ, ਨਾ ਰੇਲਵੇਜ਼ ਦੇ ਇੰਜਨ ਵਿਕੇ, ਨਾ ਹਾਈਵੇਜ਼ ਦੀਆਂ ਉਹ ਵਿਕੀਆਂ, ਨਾ ਸਟੇਟ ਦੇ ਹਾਈਵੇਜ਼ ਜਾਂ ਐਕਸਪ੍ਰੈਸਵੇਜ਼ ਵਿਕੇ ਆ। ਹੁਣ ਸਰਕਾਰ ਸਟੇਟਾਂ ਨੂੰ ਵੀ ਕਹਿ ਰਹੀ ਹੈ ਵੀ ਤੁਸੀਂ ਵੀ ਆਪਣੀ ਡਿਸਇਨਵੈਸਟਮੈਂਟ ਕਰੋ। ਤਾਂ ਸਰਕਾਰ ਨੂੰ ਪੈਸਾ ਕਿਸੇ ਪੱਖੋਂ ਨਹੀਂ ਆਇਆ, ਸਿਰਫ ਜੇ ਆਇਆ ਤਾਂ ਹਾਇਰ ਇਨਫਲੇਸ਼ਨ ਕਰਕੇ ਟੈਕਸਸ ਵਧੇ ਹੋਏ ਸੀ, ਉਹਦੇ ਕਰਕੇ ਜੋ ਮਿਲਿਆ ਸੋ ਮਿਲਿਆ, ਬਾਕੀ ਸਰਕਾਰ ਦੇ ਕੋਲ ਪੈਸਾ ਨਹੀਂ ਆਇਆ। ਤਾਂ ਇਨ ਲਾਈਟ ਆਫ ਦੈਟ ਖੰਨਾ ਸਾਹਿਬ, ਬੜਾ ਕਹਿਣਾ ਮੁਸ਼ਕਿਲ ਹੈ, ਲੇਕਿਨ ਸਰਕਾਰ ਇਸ ਵੇਲੇ ਫਸੀ ਹੋਈ ਹੈ। ਬਜਟ ਵੀ ਦੇਣਾ, ਪੈਸਾ ਵੀ ਹੈ ਨਹੀਂਗਾ, ਲੋਕ ਵੀ ਖੁਸ਼ ਕਰਨੇ ਆ। ਇਟ ਵੋਂਟ ਬੀ ਐਨ ਈਜ਼ੀ ਬਜਟ। ਸੋ ਸਾਡੇ ਬਜ਼ੁਰਗ ਸ਼ੁਰੂ ਤੋਂ ਹੀ ਕਹਿੰਦੇ ਨੇ ਕਿ ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਸਹੀ ਰਹਿੰਦਾ, ਪਰ ਜੇ ਨੀਅਤ ਵਿੱਚ ਖੋਟ ਹੋਵੇ ਤਾਂ ਕੁਝ ਵੀ ਸਹੀ ਨਹੀਂ ਰਹਿੰਦਾ। ਸੋ ਅਸੀਂ ਹਮੇਸ਼ਾ ਦੇਖਦੇ ਹਾਂ ਰਾਈਟ ਫਰੋਮ ਦਾ ਇੰਡੀਪੈਂਡੈਂਸ ਆਫ ਇੰਡੀਆ ਕਿ ਹੁਣ ਤਾਂ ਚਲੋ ਸੋਸ਼ਲ ਮੀਡੀਆ ਹੈ, ਸਭ ਕੁਝ ਐਕਸਪੋਜ਼ ਹੋ ਜਾਂਦਾ ਹੈ, ਜਦੋਂ ਐਕਸਪੋਜ਼ ਹੁੰਦਾ ਹੀ ਨਹੀਂ ਸੀ, ਪਰ ਹੁਣ ਪਤਾ ਲੱਗਦਾ ਪਿਆ ਹਮੇਸ਼ਾ ਤੋਂ ਸਿਟੀਜ਼ਨਸ ਦੇ ਨਾਲ ਇੱਕ ਫਰਾਡ ਹੀ ਹੁੰਦਾ ਰਿਹਾ ਗਵਰਨਮੈਂਟ ਵੱਲੋਂ, ਕਿਉਂਕਿ ਜੋ ਪਾਲਿਸੀਜ਼ ਬਣਦੀਆਂ ਨੇ ਉਹ ਆਪਣੇ ਫਰੈਂਡਸ ਨੂੰ ਧਿਆਨ 'ਚ ਰੱਖ ਕੇ ਬਣਾਈਆਂ ਜਾਂਦੀਆਂ ਨੇ, ਜੋ ਉਹਨਾਂ ਦੇ ਇਲੈਕਸ਼ਨਸ ਨੂੰ, ਇਲੈਕਸ਼ਨ ਕੰਪੇਨਸ ਨੂੰ, ਉਹਨਾਂ ਦੀਆਂ ਪਾਰਟੀਆਂ ਨੂੰ ਫੰਡ ਕਰਦੀਆਂ ਨੇ। ਜੇ ਉਹ ਪੈਸਾ ਕਮਾਉਣਗੇ ਤਾਂ ਹੀ ਇਹਨਾਂ ਨੂੰ ਪੋਲਿਟਿਕਸ ਖੇਡਣ ਵਾਸਤੇ ਪੈਸਾ ਦੇਣਗੇ, ਬਾਕੀ ਵਿਧਾਇਕਾਂ ਨੂੰ ਖਰੀਦਣ ਵਾਸਤੇ, ਵੇਚਣ ਵਾਸਤੇ, ਇਹ ਸਭ ਹਾਰਸ ਟ੍ਰੇਡਿੰਗ ਵਾਸਤੇ ਪੈਸਾ ਮਿਲੂਗਾ ਤਾਂ ਹੀ ਆਪਣੀ ਪਾਰਟੀ ਨੂੰ ਥਾਂ ਦੇ ਉੱਤੇ ਸੈਟਲ ਕਰਨਗੇ। ਕਿਤੇ ਜਿੱਤਿਆ ਕੋਈ ਹੋਰ ਹੈ, ਲੋਕਾਂ ਨੇ ਕਿਸੇ ਹੋਰ ਨੂੰ ਮੈਂਡੇਟ ਦਿੱਤਾ ਹੈ, ਲੋਕਾਂ ਨੇ ਕਿਸੇ ਹੋਰ ਨੂੰ ਵਰਡਿਕਟ ਦਿੱਤਾ ਹੈ, ਕਿਸੇ ਹੋਰ ਨੂੰ ਇਲੈਕਸ਼ਨ 'ਚ ਜਿਤਾਇਆ, ਪਰ ਤੁਸੀਂ ਉਹਨੂੰ ਤੋੜ ਕੇ ਪੈਸੇ ਦੇ ਬਲ ਦੇ ਉੱਤੇ ਆਪਣੇ ਵੱਲ ਲੈ ਆਇਓ। ਡੈਮੋਕ੍ਰੇਸੀ ਦਾ ਉੱਥੇ ਹੀ ਤੁਸੀਂ ਕਤਲ ਕਰ ਦਿੱਤਾ, ਕਿਉਂਕਿ ਡੈਮੋਕ੍ਰੇਸੀ ਕਹਿੰਦੀ ਹੈ ਕਿ ਲੋਕਾਂ ਨੇ ਜਿਹਨੂੰ ਚੁਣਿਆ ਉਹਨੂੰ ਆਉਣਾ ਚਾਹੀਦਾ ਸਰਕਾਰ ਦੇ ਵਿੱਚ, ਪਰ ਤੁਸੀਂ ਉਸ ਲੋਕਾਂ ਦੇ ਚੁਣੇ ਹੋਏ ਬੰਦੇ ਨੂੰ ਤੋੜਿਆ ਪੈਸੇ ਦੇ ਹਿਸਾਬ ਦੇ ਨਾਲ, ਪੈਸੇ ਦੀ ਵਰਤੋਂ ਕਰਕੇ, ਪੈਸੇ ਦੀ ਤਾਕਤ ਦੇ ਨਾਲ ਤੋੜ ਕੇ ਆਪਣੀ ਪਾਰਟੀ ਸ਼ਾਮਿਲ ਕਰਕੇ ਆਪਣਾ ਨੇਤਾ ਬਣਾ ਲਿਆ। ਸੋ ਲੋਕਾਂ ਦੀ ਜੋ ਚੁਣੀ ਹੋਈ ਉਹ ਵਰਡਿਕਟ ਹੈ, ਲੋਕਾਂ ਦਾ ਜੋ ਚੁਣਿਆ ਹੋਇਆ ਉਹ ਬੰਦਾ ਹੈ, ਉਹ ਸਾਰੀ ਡੈਮੋਕ੍ਰੇਸੀ ਦੀ ਤੁਸੀਂ ਸਾਰੀ ਸਾਖ ਖਰਾਬ ਕਰਕੇ ਰੱਖ ਦਿੱਤੀ। ਦਿਸ ਇਜ਼ ਹੈਪਨਿੰਗ ਇਨ ਆਰ ਇੰਡੀਆ। ਸੋ ਇਹ ਸਭ ਚੀਜ਼ਾਂ ਸਾਡੇ ਸਾਹਮਣੇ ਨੇ। ਤਾਂ ਉਹ ਫਰੈਂਡਸ ਪੈਸੇ ਦੇਣਗੇ ਤਾਂ ਹੀ ਇਹ ਸਭ ਕੰਮ ਹੋ ਸਕਦਾ। ਜੇ ਉਹ ਫਰੈਂਡਸ ਪੈਸੇ ਨਹੀਂ ਦੇਣਗੇ, ਉਹ ਕਿੱਦਾਂ ਇਹ ਪੋਲਿਟਿਕਸ ਕਿੱਦਾਂ ਖੇਡ ਸਕਦੇ ਨੇ? ਔਰ ਫਰੈਂਡਸ ਪੈਸੇ ਤਾਂ ਦੇਣਗੇ ਜੇ ਇਹ ਉਹਨਾਂ ਨੂੰ ਕਮਾਉਣ ਦਾ ਮੌਕਾ ਦੇਣਗੇ। ਸੋ ਇਸ ਤਰ੍ਹਾਂ ਹੀ ਸਾਰੀਆਂ ਪਾਲਿਸੀਜ਼ ਬਣਦੀਆਂ ਰਹੀਆਂ ਨੇ ਸ਼ੁਰੂ ਤੋਂ। ਇਹ ਐਕਸਪਰਟਸ ਮੰਨਦੇ ਨੇ ਜੋ ਡੀਪਲੀ ਇਸ ਗੱਲ ਨੂੰ ਸਮਝਦੇ ਨੇ, ਇਸ ਰਾਜਨੀਤੀ ਨੂੰ ਸਮਝਦੇ ਨੇ, ਇਹ ਡੀਪ ਸਟੇਟ ਕਿੱਦਾਂ ਕੰਮ ਕਰਦੀ ਹੈ ਜੋ ਇਸ ਨੂੰ ਸਮਝਦੇ ਨੇ। ਸੋ ਆਪਾਂ ਹੁਣ ਪਬਲਿਕ ਤੱਕ ਆਈਏ, ਕਿਉਂਕਿ ਆਮ ਜਨਤਾ ਹਾਂ ਅਸੀਂ ਲੋਕ ਆਮ ਲੋਕ ਹਾਂ, ਤਾਂ ਅਸੀਂ ਆਪਣੀ ਗੱਲ ਕਰਦੇ ਹਾਂ। ਇਹ ਸਾਨੂੰ ਸੁਪਨਾ ਦਿਖਾਇਆ ਗਿਆ $5 ਟ੍ਰਿਲੀਅਨ ਇਕੋਨਮੀ ਦਾ। ਇਸ ਸੁਪਨੇ ਦਾ ਕੀ ਬਣਨਾ ਹੈ? ਇਹ ਸਨ 2024 ਦੀਆਂ ਇਲੈਕਸ਼ਨਸ
ਉਹਦੇ ਵਾਸਤੇ ਪੈਂਡਿੰਗ ਰੱਖਿਆ ਗਿਆ ਕਿ ਫਿਰ ਤੋਂ ਜਿੱਤ ਕੇ ਆਉਣਾ ਹੈ ਔਰ ਫਿਰ ਤੋਂ ਸਰਕਾਰ ਬਣਾਉਣੀ ਹੈ, ਉਦੋਂ ਇਸ ਸੁਪਨੇ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਜਾਂ ਇਹ ਵੀ ਇੱਕ ਲੋਲੀਪੌਪ ਹੈ ਜੋ ਦਿੱਤਾ ਗਿਆ ਹੈ ਸਾਨੂੰ ਕਿ $5 ਟ੍ਰਿਲੀਅਨ ਦੀ ਇਕਨੋਮੀ ਬਣਨੀ ਹੈ? ਰਾਜੀਵ ਜੀ, ਜੋ ਮੌਜੂਦਾ ਹਾਲਾਤ ਚੱਲ ਰਹੇ ਨੇ ਖੰਨਾ ਸਾਹਿਬ, ਉਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਡਿਮਾਂਡ ਟੁੱਟੀ ਹੋਈ ਹੈ, ਲੋਕਾਂ ਦੀਆਂ ਆਮਦਨ ਹੈ ਨਹੀਂ ਗੀਆਂ, ਨੌਕਰੀਆਂ ਹੈ ਨਹੀਂ ਗੀਆਂ, ਜਿਹੜੀ ਸਕੈਟਰਡ ਡਿਮਾਂਡ ਹੈ, ਇਨਇਕੁਐਲਿਟੀ ਫੈਲੀ ਹੋਈ ਹੈ, ਰਈਸ ਹੋਰ ਰਈਸ ਹੁੰਦਾ ਜਾ ਰਿਹਾ, ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ, ਤਾਂ ਇਹਨਾਂ ਹਾਲਾਤਾਂ ਦੇ ਵਿੱਚ $5 ਟ੍ਰਿਲੀਅਨ ਇਕਨੋਮੀ ਨੂੰ ਲੈ ਕੇ ਆਉਣਾ ਇਹ ਕੋਈ ਸੌਖਾ ਕੰਮ ਨਹੀਂ। ਦੂਸਰਾ, ਇਹਦੇ ਨਾਲ ਜੇ ਆਪਾਂ ਅੰਕੜਿਆਂ ਦੇ ਵਿੱਚ ਗੱਲ ਕਰਦੇ ਤਾਂ ਇੱਕ ਮੈਕੈਂਸੀ ਦੀ ਰਿਪੋਰਟ ਆਈ ਸੀ, ਥੋੜੀ ਦੇਰ ਹੋਈ ਹੈ, ਉਹ ਰਿਪੋਰਟ ਕਹਿੰਦੀ ਹੈ ਵੀ ਜੇ ਆਪਾਂ ਇਹ ਮੰਨ ਕੇ ਚੱਲੀਏ ਵੀ ਹਿੰਦੁਸਤਾਨ ਦਾ ਅਰਥਚਾਰਾ ਇਸ ਵੇਲੇ $3.5 ਤੋਂ 3 ਲੱਖ ਕਰੋੜ ਦੇ ਦਰਮਿਆਨ ਕਿਤੇ ਹੈਗਾ, ਤਾਂ ਇਹਦਾ ਮਤਲਬ ਹੈ ਵੀ $5 ਟ੍ਰਿਲੀਅਨ ਦੀ ਇਕਨੋਮੀ ਬਣਾਉਣ ਦੇ ਲਈ ਸਾਨੂੰ ਯਾਨੀ ਕਿ 200 ਲੱਖ ਕਰੋੜ ਡਾਲਰ ਜਾਂ $225 ਲੱਖ ਕਰੋੜ ਹੋਰ ਪੈਦਾਵਾਰ ਕਰਨੀ ਪਏਗੀ। ਇਹਦੇ ਵਾਸਤੇ ਉਹ ਕਹਿੰਦਾ ਕਿ ਹਿੰਦੁਸਤਾਨ ਨੂੰ ਅਗਲੇ 7 ਸਾਲ ਦੇ ਵਿੱਚ ਯਾਨੀ ਕਿ 2030 ਤੱਕ 9% ਦੀ ਗਰੋਥ ਦੇ ਉੱਤੇ ਵਧਣਾ ਪਏਗਾ, ਯਾਨੀ ਕਿ ਸਾਰੇ ਲੋਕਾਂ ਦੇ ਹੱਥਾਂ 'ਚ ਨੌਕਰੀਆਂ ਦੇਣੀਆਂ ਪੈਣਗੀਆਂ, ਬਹੁਤ ਲੋਕਾਂ ਦੇ ਹੱਥਾਂ ਦੇ ਵਿੱਚ ਪੈਸਾ ਤਬਦੀਲ ਕਰਨਾ ਪਏਗਾ, ਬਹੁਤ ਸਾਰੀ ਡਿਮਾਂਡ ਜਿਹੜੀ ਹੈ ਉਹਨੂੰ ਲਿਫਟ ਕਰਨਾ ਪਏਗਾ, ਕੰਪਨੀਆਂ ਨੂੰ ਔਰ ਸਰਕਾਰ ਨੂੰ ਬਹੁਤ ਜ਼ਿਆਦਾ ਨਿਵੇਸ਼ ਕਰਨਾ ਪਏਗਾ, ਫਿਰ ਅਸੀਂ ਉਹ ਟੀਚਾ 2030 ਤੱਕ ਅਚੀਵ ਕਰ ਸਕਦੇ ਹਾਂ। ਤਾਂ ਹਜੇ ਤਾਂ ਏਦਾਂ ਲੱਗਦਾ ਵੀ ਖੰਨਾ ਸਾਹਿਬ ਦੂਰ ਹੈ, $5 ਟ੍ਰਿਲੀਅਨ ਦਾ ਕੰਮ ਤਾਂ ਹਜੇ ਨੇੜੇ ਨਹੀਂ ਨਜ਼ਰ ਆ ਰਿਹਾ। ਇੱਕ ਪਰਸਨਲ ਸਵਾਲ, ਜੋ ਤੁਸੀਂ ਇੰਨੇ ਸਾਲਾਂ ਤੋਂ ਇਕਨੋਮੀ ਨੂੰ, ਇਸ ਸਾਇੰਸ ਨੂੰ, ਇਕਨੋਮਿਕਸ ਨੂੰ ਤੁਸੀਂ ਸਮਝਦੇ ਹੋ ਔਰ ਡੀਪਲੀ ਜਾਣਦੇ ਹੋ, ਖੋਜ ਕਰਦੇ ਹੋ, ਯੂ ਆਰ ਅ ਰਿਸਰਚ ਸਕਾਲਰ, ਤੁਹਾਨੂੰ ਕੀ ਲੱਗਦਾ ਹੈ ਕਿ ਗਵਰਨਮੈਂਟਸ ਦੀ ਨੀਅਤ ਸਾਫ਼ ਹੁੰਦੀ ਹੈ ਜਦੋਂ ਪਾਲਿਸੀ ਬਣਾਈ ਜਾਂਦੀ ਹੈ? ਇਹ ਲੋਕਾਂ ਦੇ ਹੱਕ ਵਿੱਚ ਹੁੰਦੀ ਹੈ ਜਾਂ ਉਹਨਾਂ ਫਰੈਂਡਸ ਦੇ ਹੱਕ ਵਿੱਚ ਹੁੰਦੀ ਹੈ ਜੋ ਇਹਨਾਂ ਦੀਆਂ ਪਾਰਟੀਆਂ ਨੂੰ, ਇਹਨਾਂ ਦੀਆਂ ਗਵਰਨਮੈਂਟਸ ਨੂੰ ਸਪੋਰਟ ਕਰਦੇ ਨੇ? ਵਾਟਸ ਯੂਰ ਟੇਕ? ਨਹੀਂ ਖੰਨਾ ਸਾਹਿਬ, ਇਦਾਂ ਨਹੀਂ ਹੈਗਾ ਵੀ ਸਿਰਫ ਕਈ ਲੋਕਾਂ ਦੇ ਲਈ ਪਾਲਿਸੀਆਂ ਬਣਦੀਆਂ, ਨਹੀਂ ਇਦਾਂ ਨਹੀਂ ਹੈਗਾ ਜੀ। ਡਿਪੈਂਡ ਕਰਦਾ, ਪਾਲਿਸੀਜ਼ ਅੱਛੀਆਂ ਵੀ ਬਣਦੀਆਂ, ਮਨਰੇਗਾ ਵਰਗੀ ਪਾਲਿਸੀ ਵੀ ਆਈ ਹੈਗੀ ਹੈ, ਇਦਾਂ ਦੀ ਗੱਲ ਨਹੀਂ ਹੈ। ਲੇਕਿਨ ਹੁਣ ਨੀਅਤ ਜਿਹੜੀ ਹੈ, ਨੀਅਤ ਔਰ ਨੀਤੀ ਦੋ ਅਲੱਗ-ਅਲੱਗ ਚੀਜ਼ਾਂ। ਜੇ ਸਾਡੀ ਨੀਅਤ ਦੇ ਵਿੱਚ ਹੀ ਖੋਟ ਹੈ, ਜੇ ਮੈਂ ਇਹੀ ਸੋਚ ਕੇ ਚੱਲਿਆ ਵੀ ਮੈਂ ਇਲੈਕਟੋਰਲ ਬੌਂਡਸ ਦੇ ਉੱਤੋਂ ਕੰਮ ਕਰਨਾ ਹੈ, ਮੈਂ ਰਈਸ ਲੋਕਾਂ ਦੇ ਉੱਤੇ ਟੈਕਸ ਨਹੀਂ ਲਾਉਣਾ, ਮੈਂ ਮਲਟੀਨੈਸ਼ਨਲ ਕੰਪਨੀਆਂ ਦੇ ਉੱਤੇ ਟੈਕਸ ਨਹੀਂ ਲਾਉਣਾ, ਤਾਂ ਫਿਰ ਉਹਦਾ ਭਾਰ ਜਿਹੜਾ ਲੋਕਾਂ ਦੇ ਉੱਤੇ ਪਏਗਾ ਬੜਾ ਸਿੱਧੀ, ਕਿਉਂਕਿ ਸਰਕਾਰ ਕੋਲ ਤਾਂ ਇੰਨਾ ਪੈਸਾ ਹੈ ਨਹੀਂ, ਆਪ ਤਾਂ ਘਰੋਂ ਪੈਸਾ ਲੈ ਕੇ ਨਹੀਂ ਆਉਣਾ ਕਿਸੇ ਨੇ, ਉਹ ਤਾਂ ਫਿਰ ਭਾਰ ਜਿਹੜਾ ਲੋਕਾਂ ਦੇ ਉੱਤੇ ਪਏਗਾ, ਦੈਨ ਦ ਇਨਇਕੁਐਲਿਟੀ ਵਿਲ ਇਨਕਰੀਜ਼। ਜੇ ਤੁਹਾਡੀ ਨੀਅਤ ਸਾਫ਼ ਹੈ, ਜੇ ਤੁਸੀਂ ਲੋਕ ਪੱਖੀ ਨੀਤੀਆਂ ਬਣਾਉਂਦੇ ਹੋ, ਜੇ ਤੁਸੀਂ ਇਦਾਂ ਦੀਆਂ ਨੀਤੀਆਂ ਦਾ ਗਠਨ ਕਰ ਰਹੇ ਹੋ ਜਿਹੜੀਆਂ ਲੋਕਾਂ ਦੇ ਪ੍ਰਤੀ ਨੇ, ਉਹਦੇ ਫਰੀਬੀਜ਼ ਵੀ ਨਹੀਂ ਹੋਣੀਆਂ ਚਾਹੀਦੀਆਂ। ਇਹ ਨਹੀਂ ਕਿ ਅਸੀਂ ਤੁਹਾਨੂੰ $1000 ਦੇਵਾਂਗੇ ਜਾਂ ਮੁਫਤ ਬਿਜਲੀ ਦੇਵਾਂਗੇ, ਇਹ ਚੀਜ਼ਾਂ ਵੀ ਨਹੀਂ ਨਾ, ਇਹ ਲੋਕ ਪੱਖੀ ਨੀਤੀਆਂ ਨਹੀਂ ਹੈ। ਤੁਸੀਂ ਆਪ ਕਰਜ਼ੇ ਦੇ ਵਿੱਚ ਜਾ ਰਹੇ ਹੋ ਔਰ ਲੋਕਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਸੁਖੀ ਕਰ ਦਾਂਗੇ, ਇਹ ਮੋਮੈਂਟਰੀ ਗੇਨਸ ਆ, ਸਾਲ 2 ਸਾਲ ਤੋਂ ਉੱਤੇ ਗੇਮ ਨਹੀਂ ਚੱਲੇਗੀ ਇਹ ਨਾ। ਇਹ ਸਮੱਸਿਆਵਾਂ ਦੋਨੋਂ ਐਕਸਟ੍ਰੀਮਸ ਨੇ। ਜਿਹੜੀ ਬੈਲੈਂਸਡ ਗੱਲ ਹੈ, ਬੈਲੈਂਸਡ ਅਪਰੋਚ ਜਿਹੜੀ ਹੈ, ਪੈਸਾ ਵੀ ਲਓ, ਲੋਕਾਂ ਨੂੰ ਉਸ ਲਾਇਕ ਬਣਾਓ, ਤੁਹਾਨੂੰ ਔਰ ਮੈਨੂੰ ਨੌਕਰੀ ਦਿਓ, ਸਾਡੇ ਤੋਂ ਪੈਸਾ ਅਰਨ ਕਰੋ, ਜਿਹਨੂੰ ਜ਼ਿਆਦਾ ਮਿਲ ਰਿਹਾ ਉਹਦੇ ਤੇ ਜ਼ਿਆਦਾ ਟੈਕਸ, ਜਿਹਨੂੰ ਘੱਟ ਮਿਲ ਰਿਹਾ ਉੱਤੇ ਘੱਟ ਟੈਕਸ, ਜਿਹੜਾ ਲਾਅ ਆਫ ਇਕੁਐਲਿਟੀ ਹੈ ਉਹਨੂੰ ਲੈ ਕੇ ਚੱਲੋ, ਅਰਥਚਾਰਾ ਆਪਣੇ ਆਪ ਸਿੱਧਾ ਰਹੇਗਾ। ਥੈਂਕ ਯੂ ਸੋ ਮਚ ਰਾਜੀਵ ਜੀ, ਤੁਸੀਂ ਇੱਕ ਬਹੁਤ ਪਤੇ ਦੀ ਗੱਲ ਦੇ ਦਿੱਤੀ ਹੈ, ਨਿਚੋੜ ਕੱਢ ਕੇ ਰੱਖ ਦਿੱਤਾ ਕਿ ਨੀਤੀਆਂ ਬੇਸ਼ੱਕ ਬਣ ਜਾਣ, ਪਰ ਜੇ ਉਹਨਾਂ ਨੀਤੀਆਂ ਨੂੰ ਚਲਾਉਣ ਵਾਸਤੇ ਨੀਅਤ ਸਾਫ਼ ਨਹੀਂ ਹੈ ਤਾਂ ਫਿਰ ਉਹ ਨੀਤੀਆਂ ਫੇਲ ਹੋ ਜਾਂਦੀਆਂ ਨੇ। ਹੋ ਸਕਦਾ ਉਹ ਨੀਤੀਆਂ ਲੋਕਾਂ ਨੂੰ ਦਿਖਾਉਣ ਵਾਸਤੇ ਬਣਾਈਆਂ ਜਾਂਦੀਆਂ ਹੋਣ ਕਿ ਲੋਕੀ ਚੁੱਪ ਕਰ ਜਾਣ ਕਿ ਦੇਖੋ ਤੁਹਾਡੇ ਹੱਕ ਦੇ ਵਿੱਚ ਨੀਤੀ ਬਣਾ ਦਿੱਤੀ ਹੈ, ਪਰ ਜਦੋਂ ਨੀਤੀ ਨੂੰ ਚਲਾਇਆ ਜਾਏਗਾ ਉਦੋਂ ਨੀਅਤ ਸਾਫ਼ ਨਹੀਂ, ਨੀਅਤ ਦੇ ਵਿੱਚ ਖੋਟ ਹੈ, ਤਾਂ ਉਹ ਨੀਤੀ ਫੇਲ ਹੋ ਜਾਏਗੀ। ਫਿਰ ਉਹ ਉਹਨਾਂ ਲੋਕਾਂ ਦੇ ਹੱਕ 'ਚ ਚਲੀ ਜਾਏਗੀ ਜੋ ਉਹਨਾਂ ਉੱਪਰ ਬੈਠੇ ਲੋਕਾਂ ਦੇ ਫਰੈਂਡਸ ਨੇ, ਔਰ ਆਮ ਲੋਕਾਂ ਦੇ ਹੱਥ ਫਿਰ ਖਾਲੀ ਰਹਿਣਗੇ। ਉੱਪਰ ਬੈਠੇ ਫਰੈਂਡਸ ਦੇ ਕਰਜ਼ੇ ਮਾਫ, ਉਹਨਾਂ ਦੇ ਲੋਨਸ ਮਾਫ, ਉਹਨਾਂ ਦੇ ਟੈਕਸ ਮਾਫ, ਔਰ ਉਹ ਸਾਰਾ ਬੋਝ ਪਏਗਾ ਆਮ ਲੋਕਾਂ ਦੇ ਉੱਤੇ, ਕਿਉਂਕਿ ਦੇਸ਼ ਨੂੰ ਚਲਾਉਣ ਵਾਸਤੇ ਪੈਸਾ ਤਾਂ ਚਾਹੀਦਾ ਟੈਕਸ ਦੇ ਰੂਪ ਦੇ ਵਿੱਚ। ਫਿਰ ਉਹ ਸਾਰਾ ਜਿਹੜਾ ਕਰਜ਼ਾ ਮਾਫ ਹੋਇਆ, ਲੋਨ ਮਾਫ ਹੋਏ ਨੇ, ਟੈਕਸ ਮਾਫ ਹੋਏ ਨੇ, ਉਹ ਸਾਰਾ ਕਰਜ਼ਾ, ਉਹ ਲੋਨ, ਉਹ ਟੈਕਸ ਦਾ ਬੋਝ ਆਮ ਜਨਤਾ ਚੁੱਕੇਗੀ, ਗਵਰਨਮੈਂਟ ਦੇ ਖਜ਼ਾਨੇ ਜਮ੍ਹਾਂ ਕਰਾਏਗੀ, ਮਹਿੰਗਾਈ ਦੀ ਮਾਰ ਬਰਦਾਸ਼ਤ ਕਰੇਗੀ ਔਰ ਉਸ ਤਰ੍ਹਾਂ ਗੁਜ਼ਾਰਾ ਕਰੇਗੀ ਆਪਣੇ ਪਰਿਵਾਰ ਦੇ ਨਾਲ, ਔਰ ਉਸ ਤਰ੍ਹਾਂ ਕਹੇਗੀ ਕਿ ਇਹ ਕੀ ਹੋ ਰਿਹਾ ਹੈ, ਰੋਂਦੇ ਬਿਲਖਦੇ, ਕਈ ਵਾਰ ਭੁੱਖਮਰੀ ਦਾ ਸ਼ਿਕਾਰ, ਕਈ ਵਾਰ
ਸਕੇਅਰਸਿਟੀ ਕਮੀਆਂ ਦਾ ਸ਼ਿਕਾਰ। ਇਸ ਮਹੀਨੇ ਪਜਾਮਾ ਬਣਾ ਲੈਂਦੇ ਹਾਂ ਤੇ ਅਗਲੇ ਮਹੀਨੇ ਕੁੜਤਾ ਬਣਾ ਲਾਂਗੇ ਤੇ ਉਸ ਤੋਂ ਅਗਲੇ ਮਹੀਨੇ ਚੱਪਲਾਂ ਖਰੀਦ ਲਾਂਗੇ। ਇਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰਦੇ ਹੋਏ ਲੋਕ ਅੱਗੇ ਵੱਧਦੇ ਪਏ ਨੇ। ਦਿਲ ਦੀਆਂ ਦਿਲ 'ਚ ਰਹਿ ਕੇ ਕਈ ਜਨਰੇਸ਼ਨਸ ਜਿਹੜੀਆਂ ਨੇ ਸੰਸਾਰ ਤੋਂ ਚਲੀਆਂ ਜਾਂਦੀਆਂ ਨੇ। ਸੋ ਇੱਕ ਬਹੁਤ ਵੱਡਾ ਇਹ ਨੁਕਸਾਨ ਹੈ, ਕਿਉਂਕਿ ਜਦੋਂ ਇਨਸਾਨ ਦੀ ਦਿਲ ਦੇ ਵਿੱਚ ਰਹਿ ਜਾਵੇ, ਉਹਦੇ ਸ਼ੌਕ ਪੂਰੇ ਨਹੀਂ ਹੁੰਦੇ, ਉਦੋਂ ਉਹ ਵਧੀਆ ਤਰੀਕੇ ਨਾਲ ਪਰਫਾਰਮ ਨਹੀਂ ਕਰ ਸਕਦਾ, ਵਧੀਆ ਤਰੀਕੇ ਨਾਲ ਪ੍ਰੋਡਕਟਿਵਿਟੀ ਨਹੀਂ ਦੇ ਸਕਦਾ, ਨੈਸ਼ਨਲ ਇਨਕਮ ਦੇ ਵਿੱਚ ਸਪੋਰਟ ਨਹੀਂ ਕਰ ਸਕਦਾ, ਕਿਉਂਕਿ ਉਹ ਆਪਣੇ ਹੀ 99 ਦੇ ਚੱਕਰ 'ਚ ਪਿਆ ਰਹਿੰਦਾ ਹੈ। ਉਹਨੇ ਪਰਫਾਰਮ ਕੀ ਕਰਨਾ, ਉਹਦਾ ਦਿਮਾਗ ਫ੍ਰੀ ਨਹੀਂ ਹੁੰਦਾ ਕ੍ਰੀਏਟਿਵਲੀ ਕੰਮ ਕਰਨ ਵਾਸਤੇ। ਸੋ ਇਹ ਸਾਰੀਆਂ ਗੱਲਾਂ ਨੇ ਕਿ ਮੈਨ ਪਾਵਰ ਨੂੰ ਕ੍ਰੀਏਟਿਵਲੀ ਕਿੱਦਾਂ ਇਸਤੇਮਾਲ ਕਰਨਾ ਹੈ, ਵੂਮਨ ਪਾਵਰ ਨੂੰ ਕ੍ਰੀਏਟਿਵਲੀ ਕਿੱਦਾਂ ਇਸਤੇਮਾਲ ਕਰਨਾ ਹੈ, ਸਿਟੀਜ਼ਨਸ ਦੀ ਕ੍ਰੀਏਟਿਵ ਪਾਵਰ ਨੂੰ, ਹੁਨਰ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ। ਇਹ ਪਾਲਿਸੀ ਦੇ ਉੱਤੇ ਤੇ ਪਾਲਿਸੀ ਨੂੰ ਚਲਾਉਣ ਦੀ ਨੀਅਤ ਦੇ ਉੱਤੇ, ਸਾਡੀ ਮਨ ਦੀ ਨੀਅਤ ਕੀ ਹੈ, ਖੋਟੀ ਤਾਂ ਨਹੀਂ, ਸਾਫ਼ ਹੈ, ਇਹ ਉਹਦੇ ਉੱਤੇ ਨਿਰਭਰ ਕਰਦਾ ਹੈ। ਐਮ ਆਈ ਰਾਈਟ ਰਾਜੀਵ ਜੀ? ਬਿਲਕੁਲ ਠੀਕ ਹੈ ਜੀ। ਥੈਂਕ ਯੂ ਸੋ ਮਚ ਰਾਜੀਵ ਜੀ, ਤੁਸੀਂ ਸਾਡੇ ਨਾਲ ਇਸ ਸਬਜੈਕਟ ਦੇ ਉੱਤੇ ਗੱਲਾਂ ਬਾਤਾਂ ਕੀਤੀਆਂ। ਥੈਂਕ ਯੂ ਸੋ ਮਚ। ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਰਵਾਂਗੇ ਨਵੇਂ ਸਾਲ ਦੇ ਵਿੱਚ। ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਬਣਦੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਨਾਲ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।